ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ ਕਿ ਆਪਾਂ ਨੂੰ ਸ਼ਾਮ ਦੇ ਸਮੇਂ ਦੀਆਂ ਸਾਸੰਗ ਘੜੀਆਂ ਮਹਾਰਾਜ ਨੇ ਬਖਸ਼ੀਆਂ ਹਨ। ਸ੍ਰੀ ਗੁਰੂ ਪੰਥ ਪ੍ਰਕਾਸ਼ ਮਹਾਨ ਇਤਿਹਾਸਕ ਗ੍ਰੰਥ ਭਾਈ ਗਿਆਨੀ ਗਿਆਨ ਸਿੰਘ ਜੀ ਦੀ ਰਚਿਤ ਜੋ ਇਹ ਪਾਵਨ ਗ੍ਰੰਥ ਇਤਿਹਾਸਕ ਗ੍ਰੰਥ ਹੈ, ਇਸ ਦੀ ਕਥਾ ਲੜੀਵਾਰ ਆਪ ਜੀ ਸਰਵਣ ਕਰ ਰਹੇ ਹੋ। ਗਿਆਨੀ ਗਿਆਨ ਸਿੰਘ ਜੀ ਨੇ ਮੰਗਲ ਇਤਿਆਦਿਕ ਕੀਤੇ ਜੋ ਮਰਜ਼ਾਦਾ ਤਹਿਤ ਗ੍ਰੰਥ ਦੀ ਆਰੰਭਤਾ ਗੁਰਮੁਖ ਕਵੀ ਕਰਦੇ ਨੇ, ਉਸ ਤਰ੍ਹਾਂ ਕੀਤੀ। ਉਪਰੰਤ ਜੋ ਆਧਾਰ ਬਣਾਇਆ ਹੈ ਉਹ ਗੁਰੂ ਕੀਆਂ ਸਾਖੀਆਂ ਭਾਈ ਸੰਤੋਖ ਸਿੰਘ ਜੀ ਤੋਂ, ਤੇ ਬਾਕੀ ਆਧਾਰ ਬਣਾਇਆ ਹੈ ਭਾਈ ਰਤਨ ਸਿੰਘ ਜੀ ਦੇ ਜੋ ਪ੍ਰਾਚੀਨ ਪੰਥ ਪ੍ਰਕਾਸ਼। ਇਸ ਤਰ੍ਹਾਂ ਉਹ ਦੱਸ ਰਹੇ ਨੇ ਕਿ ਜਿਹੜਾ ਭਾਈ ਰਤਨ ਸਿੰਘ ਜੀ ਨੇ ਪੰਥ ਪ੍ਰਕਾਸ਼ ਗ੍ਰੰਥ ਲਿਖਿਆ, ਉਸ ਦਾ ਜਿਹੜਾ ਮੁੱਢ ਹੈ ਉਹਨਾਂ ਨੇ ਕਿਵੇਂ ਦੱਸਿਆ ਕਿ ਅਸੀਂ ਭਾਈ ਇਹ ਜਿਹੜਾ ਭਾਈ ਰਤਨ ਸਿੰਘ ਜੀ ਨੇ ਜੋ ਇਤਿਹਾਸ ਹੈ ਇਹ ਅੰਗਰੇਜ਼ਾਂ ਨੂੰ ਲਿਖਵਾਇਆ। ਉਹ ਕਿਵੇਂ ਲਿਖਵਾਇਆ ਉਹਦੀ ਕਥਾ ਚੱਲ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕੱਲ ਕਥਾ ਇਹ ਚੱਲੀ। ਉਹ ਸਮਾਂ ਸੀ ਸਾਹਿਬ ਸਿੰਘ ਰਾਜਾ ਸੀ ਇੱਥੇ ਪਟਿਆਲੇ ਦਾ, ਤੇ ਉਸ ਸਮੇਂ ਫਿਰ ਮਹਾਰਾਜੇ ਰਣਜੀਤ ਸਿੰਘ ਹੁਣਾਂ ਦੀ ਮੁਲਾਕਾਤ ਹੁੰਦੀ ਹੈ। ਛੋਟੀ ਜੀ ਜੰਗ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਮੈਂ ਉਹਨਾਂ ਨਾਲ ਲੜ ਰਿਹਾ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਰਾਜ ਬਖਸ਼ਿਆ, ਬਾਕੀ ਇਹ ਮੇਰਾ ਨਾਨਕਾ ਇਲਾਕਾ ਹੈ, ਇੱਕ ਤਰ੍ਹਾਂ ਨਾਲ ਮੇਰਾ ਨਾਨਕਾ ਘਰ ਹੈ। ਤੋ ਇਸ ਤਰ੍ਹਾਂ ਫਿਰ ਮੁਲਾਕਾਤ ਸਾਹਿਬ ਸਿੰਘ ਨਾਲ ਹੋਈ। ਮੈਂ ਦੋ ਧਾਂ ਤੁਹਾਡਾ ਮੁਲਾਕਾਤ ਕਰਨੀ ਹੈ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਰਾਜ ਹੋ ਚੁੱਕਿਆ ਸੀ, ਤੇ ਇਧਰ ਜਿਹੜਾ ਹੈ ਅੰਗਰੇਜ਼ ਅਖਤਰ ਲੋਨੀ ਜਰਨੈਲ ਨੂੰ
ਜਿਹੜਾ ਗੌਰ ਅਲੀ ਸ਼ਾਹ ਆਲਮ ਗੌਰ ਅਲੀ ਬਾਦਸ਼ਾਹ ਸੀ ਸ਼ਾਹ ਆਲਮ, ਉਹਨੇ ਗਲਤ ਖਾਲਸੇ ਬਾਰੇ ਜਿਹੜੀ ਬਿਆਨਬਾਜ਼ੀ ਕੀਤੀ ਸੀ ਕਿ ਹੈ ਸਾਡੀ ਪਰਜਾ ਬਾਗੀ ਹੋ ਗਈ। ਪਰ ਉਹ ਜਦੋਂ ਫਿਰ ਇਤਿਹਾਸ ਇੱਥੇ ਆ ਕੇ ਲੁਧਿਆਣੇ ਉਹਨਾਂ ਨੇ ਲਿਖਿਆ, ਉਹ ਪ੍ਰਸੰਗ ਆ ਰਿਹਾ ਕਿ ਜੋ ਭਾਈ ਰਤਨ ਸਿੰਘ ਜੀ ਨੇ ਦੱਸਿਆ ਉਹਨੂੰ ਹੋਰ ਚੰਗੇ ਤਰ੍ਹਾਂ ਵਿਸਥਾਰ ਨਾਲ ਇੱਕ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਉਸ ਦਾ ਗ੍ਰੰਥ ਦਾ ਵਿਸਥਾਰ ਕੀਤਾ ਹੈ। ਜਿੱਥੇ ਇਹਨਾਂ ਨੂੰ ਲੱਗਿਆ ਕਿ ਆ ਇੱਥੇ ਇਸ ਤਰ੍ਹਾਂ ਠੀਕ ਸੀ, ਉਸ ਤਰ੍ਹਾਂ ਗਿਆਨੀ ਜੀ ਨੇ, ਕਿਉਂਕਿ ਗਿਆਨੀ ਗਿਆਨ ਸਿੰਘ ਜੀ ਕਾਵਿ ਦੇ ਬੜੇ ਮਾਹਰ ਸਨ। ਆਓ ਪਿਆਰ ਸਤਿਕਾਰ ਨਾਲ ਅੱਗੇ ਆਪਾਂ ਕਿ ਮਹਾਰਾਜਾ ਰਣਜੀਤ ਸਿੰਘ ਜਹ ਮੁਕਰਰ ਕਰ ਭੂਪਤ ਤਬ ਹੀ ਅਯੋ ਪਟਿਆਲੇ ਦਲ ਲੈ ਸਭ ਹੀ ਪੁਨ ਲਵਪੁਰ ਪਤ ਪਹੁੰਚਿਓ ਆਏ ਫੌਜ ਖਾਸਗੀ ਸੰਗ ਲਵਾਏ ਨਾਲ ਲੈ ਕੇ ਪਹੁੰਚੇ ਨੇ। ਅੱਗੇ ਕਥਾ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੁਲਾਕਾਤ ਪਟਲੇਸ ਨੈ ਲਵਪੁਰ ਪਤ ਕੇ ਸੰਗ। ਤਾਂ ਪਟਿਆਲੇ ਵਾਲੇ ਰਾਜੇ ਨੇ ਸਾਹਿਬ ਸਿੰਘ ਨੇ ਲਵਪੁਰ ਪਤ ਲਾਹੌਰ ਪਤੀ, ਲਾਹੌਰ ਦਾ ਭਾਵ ਜੋ ਸਾਰੇ ਪੰਜਾਬ ਦਾ ਬਾਦਸ਼ਾਹ ਹੈ ਮਹਾਰਾਜਾ ਰਣਜੀਤ ਸਿੰਘ, ਉਸ ਦੇ ਨਾਲ ਮੁਲਾਕਾਤ ਕੀਤੀ। ਕਿਲੇ ਵਿੱਚ ਬੁਲਵਾਏ ਕੈ ਕੀਨੀ ਸਹਿਤੋ ਮੰਗ। ਬਹੁਤ ਹੀ ਸਹਿਤੋ ਮੰਗ ਉਤਸ਼ਾਹ ਦੇ ਨਾਲ ਭਾਈ ਕਿਲੇ ਦੇ ਵਿੱਚ ਬੁਲਾ ਕੇ ਮੁਲਾਕਾਤ ਕੀਤੀ ਹੈ। ਉਹ ਦੱਸਦੇ ਹਨ ਚੌਪਈ ਜਬ ਸਿੰਘ ਸਾਹਿਬ ਸ਼ਹਿਰ ਮਝਾਰੀ। ਤੇ ਜਦੋਂ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਟਿਆਲੇ ਸ਼ਹਿਰ ਵਿੱਚ ਆਇਓ ਖਲਕਤ ਡਰੀ ਅਪਾਰੀ। ਜਦੋਂ ਪਹੁੰਚਿਆ ਤੇ ਜਿਹੜੀ ਖਲਕਤ ਪਰਜਾ ਸੀ ਬਹੁਤ ਡਰ ਗਏ ਹਨ। ਭੂਪਤ ਮਿਲਿਓ ਆਏ ਮੱਧ ਪੌਰੀ। ਤਾਂ ਜਿਹੜਾ ਸਾਹਿਬ ਸਿੰਘ ਰਾਜਾ ਅੰਦਰੋਂ ਚੱਲ ਕੇ ਬਾਹਰ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮੁੱਖ ਦਰਵਾਜ਼ੇ ਤੇ ਮਿਲਿਆ। ਸਿੰਘ ਸਾਹਿਬ ਕੋ ਲੀਏ ਭਰ ਕੌਰੀ। ਤੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੀ ਕੌਰੀ ਕਹੀਏ ਜੱਫੀ ਵਿੱਚ ਲੈ ਲਿਆ। ਨਿਜ ਦੀਵਾਨ ਖਾਨੇ ਲੈ ਜਾਏ। ਫਿਰ ਆਪਣੇ ਖਾਸ ਨਿਜ ਖਾਨੇ ਦੀਵਾਨ ਖਾਨੇ ਵਿੱਚ ਲੈ ਗਿਆ। ਮਸਨਦਪੁਰ ਬੈਠੇ ਮੁਦ ਪਾਏ। ਤੇ ਫਿਰ ਭਾਈ ਮਸਨਦ ਕਹੀਏ ਗੱਦੀ ਪਰ ਖੁਸ਼ੀ ਸਹਿਤ ਬਹਿ ਗਏ ਹਨ। ਬਾਤੈ ਅਨਕ ਭਾਂਤ ਕੀ ਕਰਕੇ। ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ। ਤੋਹਫੇ ਖਿਲਤ ਦਏ ਮੁਦ ਭਰ ਕੇ। ਸਾਹਿਬ ਸਿੰਘ ਰਾਜੇ ਨੇ ਬਹੁਤ ਖੁਸ਼ੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਤੋਹਫੇ ਦਿੱਤੇ ਹਨ। ਭੂਪਤ ਕਹਿਓ ਤੁਮਾਰੀ ਨਾਨੀ। ਤਾਂ ਭੂਪਤ ਰਾਜਾ ਸਾਹਿਬ ਸਿੰਘ ਕਿਉਂਕਿ ਵੱਡੀ ਉਮਰ ਸੀ ਮਹਾਰਾਜਾ ਰਣਜੀਤ ਸਿੰਘ ਤੋਂ, ਤੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਮਾਮੇ ਦੇ ਥੋਂ ਹੀ ਆਪਣੇ ਆਪ ਨੂੰ ਸਮਝਦਾ ਸੀ ਮਹਾਰਾਜਾ ਰਣਜੀਤ ਸਿੰਘ, ਉਸ ਨੂੰ ਮਾਮੇ ਦੇ ਰੂਪ ਵਿੱਚ ਵੇਖਦਾ ਹੈ। ਤਾਂ ਕਹਿਣ ਲੱਗਿਆ ਕਿ ਮਹਾਰਾਜਾ ਪਟਿਆਲਾ ਸਾਹਿਬ ਸਿੰਘ ਮਹਾਰਾਜੇ ਰਣਜੀਤ ਸਿੰਘ ਨੂੰ ਤੁਹਾਡੀ ਨਾਨੀ ਪਿਖਿਓ ਚਹਿਤ ਤੁਮ ਕੋ ਮੁਦ ਮਾਨੀ। ਉਹ ਤੈਨੂੰ ਖੁਸ਼ੀ ਸਹਿਤ ਵੇਖਣਾ ਚਾਹੁੰਦੀ ਹੈ। ਲਵਪੁਰ ਪਤ ਇੱਕ ਲੋ ਨ੍ਰਿਪ ਸੰਗੈ। ਤੇ ਮਹਾਰਾਜਾ ਰਣਜੀਤ ਸਿੰਘ ਇੱਕ ਉਸ ਰਾਜੇ ਨੂੰ ਨਾਲ ਲੈ ਕਰਕੇ ਗਇਓ ਮਹਿਲ ਕੇ ਬੀਚ ਨਿਸੰਗੈ। ਮਹਿਲਾਂ ਦੇ ਅੰਦਰ ਨਿਸ਼ੰਗ ਹੋ ਕੇ ਗਿਆ ਹੈ। ਲਾ ਨਾਖ ਪੌਰ ਤੀਸਰ ਅਗਵਾਈ। ਨਾਖ ਪੌਰ ਜਿਹੜਾ ਮੁੱਖ ਤੀਜਾ ਦਰਵਾਜ਼ਾ ਹੁੰਦਾ ਉਹ ਲੰਘ ਕਰਕੇ ਪਕਰ ਤਾਹੇ ਨ੍ਰਿਪ ਕਹਿਓ ਸੁਨਾਈ। ਜਦੋਂ ਤੀਜਾ ਦਰਵਾਜ਼ਾ ਲੰਘੇ ਨਾ ਰਾਜੇ ਸਾਹਿਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਫੜ ਲਿਆ, ਭਾਵ ਆਪਣੇ ਜੱਫੀ ਵਿੱਚ ਲੈ ਕੇ ਕਹਿਣ ਲੱਗਿਆ ਅਬ ਕਹੋ ਤੁਮਰਾ ਰਾਖਾ ਕੋ ਹੈ। ਕਹਿੰਦਾ ਰਣਜੀਤ ਸਿੰਘਾ ਹੁਣ ਤੇਰੇ ਨਾਲ ਫੌਜ ਵੀ ਨਹੀਂ, ਮੇਰੇ ਮਹਿਲਾਂ ਵਿੱਚ ਹੈ ਤੂੰ, ਤੇ ਹੁਣ ਦੱਸ ਇੱਥੇ ਤੇਰਾ ਰਾਖਾ ਕੌਣ ਹੈ।
ਕਿਹੜਾ ਤੈਨੂੰ ਬਚਾ ਸਕਦਾ ਹੈ। ਇਸ ਤਰ੍ਹਾਂ ਪੁੱਛਿਆ ਹੈ ਕਿ ਤੇਰਾ ਰਾਖਾ ਕੌਣ ਹੈ, ਤੈਨੂੰ ਇੱਥੇ ਕੌਣ ਬਚਾਵੇਗਾ। ਸਿੰਘ ਸਾਹਿਬ ਭਾਖਿਓ ਤੁਮ ਹੋ ਹੈ। ਮਹਾਰਾਜਾ ਰਣਜੀਤ ਸਿੰਘ ਹੱਸ ਕੇ ਕਹਿਣ ਲੱਗੇ ਸਾਹਿਬ ਸਿੰਘ ਰਾਜੇ ਨੂੰ ਕਿ ਤੁਸੀਂ ਹੀ ਮੇਰੇ ਰਾਖੇ ਹੁਣ ਇੱਥੇ। ਜਹ ਸੁਨ ਭੂਪ ਮੋਦ ਮਨ ਧਰ ਕੈ। ਇਹ ਸੁਣ ਕੇ ਰਾਜਾ ਸਾਹਿਬ ਸਿੰਘ ਨੇ ਮਨ ਵਿੱਚ ਬੜੀ ਖੁਸ਼ੀ ਕੀਤੀ। ਸਿੰਘ ਸਾਹਿਬ ਕੋ ਲੀਏ ਭੁਜ ਭਰ ਕੈ। ਬਾਹਾਂ ਖਿਲਾਰ ਕੇ ਚੰਗੀ ਤਰ੍ਹਾਂ ਜੱਫੀ ਵਿੱਚ ਲੈ ਲਿਆ ਮਹਾਰਾਜੇ ਨੂੰ। ਬਹੁ ਬਿਦ ਸਿੱਖਿਆ ਦੇ ਫਿਰ ਰਰਿਓ। ਤੇ ਬੜੀ ਤਰ੍ਹਾਂ ਦੇ ਨਾਲ ਆਪਣਾ ਆਪ ਨੂੰ ਵੱਡਾ ਜਾਣਦੇ ਹੋਏ, ਮਾਮੇ ਦੇ ਰੂਪ ਵਿੱਚ ਜਾਣਦੇ ਹੋਏ ਸਿੱਖਿਆ ਦਿੱਤੀ। ਐਸਾ ਕਾਮ ਫੇਰ ਨਾ ਕਰਿਓ। ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਿਆ ਭਾਣਜਾ ਐਸਾ ਕੰਮ ਫੇਰ ਨਾ ਕਰੀ। ਸਾਨੂੰ ਵੀ ਗੁਰੂ ਕਿਆਂ ਨੇ ਬਖਸ਼ਿਸ਼ਾਂ ਕੀਤੀਆਂ ਰਿਆਸਤਾਂ ਹਨ। ਦੁਤੀ ਨ੍ਰਿਪ ਕੇ ਧਾਮ ਮਝਾਰੀ। ਤੇ ਦੂਜਾ ਰਾਜੇ ਦੇ ਧਾਮ ਵਿੱਚ ਏਕਲ ਜਾਨਾ ਭਲੀ ਨਾ ਕਾਰੀ। ਕਿਸੇ ਹੋਰ ਰਾਜੇ ਦੇ ਮਹਿਲਾਂ ਵਿੱਚ ਯਾਦ ਰੱਖ, ਤੈਨੂੰ ਨੀਤੀ ਦੀ ਗੱਲ ਦੱਸਦਾ, ਕੱਲਿਆ ਜਾਣਾ ਚੰਗਾ ਨਹੀਂ ਹੁੰਦਾ, ਕਿਉਂਕਿ ਇਹ ਰਾਜਨੀਤੀ ਹੈ। ਕੀ ਪਤਾ ਕਦੋਂ ਮਨ ਬਦਲ ਜੇ ਕਿਸੇ ਦਾ। ਇਸ ਕਰਕੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਕਿਸੇ ਦੇ ਰਾਜੇ ਦੇ ਦਰਬਾਰ ਵਿੱਚ ਕੱਲਿਆਂ ਜਾਣਾ ਠੀਕ ਨਹੀਂ। ਨੀਤ ਰੀਤ ਰਾਜਨ ਕੀ ਇਹ ਹੈ। ਰਾਜਿਆਂ ਦੀ ਜਿਹੜੀ ਰੀਤੀ ਹੁੰਦੀ ਹੈ, ਨੀਤੀ ਮਰਿਆਦਾ, ਉਹ ਇਸ ਤਰ੍ਹਾਂ ਹੁੰਦੀ ਹੈ। ਇਮ ਕਹਤੇ ਪਹੁੰਚੇ ਮਦ ਗੇ ਹੈ। ਇਸ ਤਰ੍ਹਾਂ ਕਹਿੰਦੇ ਗੱਲਾਂ ਬਾਤਾਂ ਕਰਦੇ ਭਾਈ ਅੰਦਰ ਪਹੁੰਚ ਗਏ। ਰਾਣੀ ਆਸ ਕੌਰ ਢਿਗ ਜਾਏ। ਮਹਾਰਾਜੇ ਸਾਹਿਬ ਸਿੰਘ ਪਟਿਆਲੇ ਵਾਲੇ ਦੀ ਮਾਂ ਸੀ ਰਾਣੀ ਆਸ ਕੌਰ। ਉਹਦੇ ਕੋਲ ਜਾ ਕੇ ਲਵਪੁਰ ਪਤ ਪਗ ਪਰਿਓ ਧਾਏ। ਜਾ ਕੇ ਆਪਣੀ ਨਾਨੀ ਸਮਝ ਕਰ, ਕਿਉਂਕਿ ਇਸ ਇਲਾਕੇ ਵਿੱਚ ਨਾਨਕੇ ਨੇ, ਚਰਨਾਂ ਤੇ ਪਿਆ ਹੈ। ਤਾਹੇ ਉਠਾਏ ਪਿਆਰ ਬਹੁ ਕਹਿ ਕੈ। ਉਸ ਮਾਤਾ ਆਸ ਕੌਰ ਨੇ, ਰਾਣੀ ਆਸ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉਠਾਇਆ, ਬਹੁਤ ਪਿਆਰ ਕੀਤਾ। ਕਰਿਓ ਨਿਸ਼ਾਵਰ ਆਸਿਖ ਦੇ ਕੈ। ਤੇ ਅਸੀਸਾਂ ਦਿੱਤੀਆਂ, ਵਾਰਨਾ ਕੀਤਾ ਹੈ। ਚਿੜੀਆ ਏਕ ਸਵਰਨ ਕੀ ਚਾਰੂ। ਇੱਕ ਨਾ ਸੋਨੇ ਦੀ ਬਹੁਤ ਹੀ ਸੋਹਣੀ ਸੁੰਦਰ ਚਿੜੀ ਜੋ ਹੈ। ਮਨੀ ਕਨੀ ਗਨ ਜਟੀ ਉਦਾਰੂ। ਜਿਹਦੇ ਉੱਤੇ ਬਹੁਤ ਸੋਹਣੀਆਂ ਸੁੰਦਰ ਮਣੀਆਂ ਕਣੀਆਂ ਜਿਹੜੀਆਂ ਸੀ ਉਹ ਜੜੀਆਂ ਹੋਈਆਂ ਸਨ। ਕੀਮਤ ਕਈ ਸਹਿਸ ਥਾ ਤੌਨਾ। ਉਸ ਸਮੇਂ ਉਹਦੀ ਕੀਮਤ ਕਈ ਹਜ਼ਾਰ ਸੀ। ਜਾਨ ਦੋ ਹਿੱਥਾ ਦਿਓ ਖਿਲੌਣਾ। ਨਾਨੀ ਜਿਵੇਂ ਆਪਣੇ ਦੋਤੇ ਨੂੰ ਕੋਈ ਖੇਡਣ ਵਾਲੀ ਚੀਜ਼ ਦਿੰਦੀ ਹੈ, ਕੀਮਤੀ ਇੱਕ ਸੋਨੇ ਦੀ ਚਿੜੀ ਜਿਹੜੀ ਹੈ ਮਣੀਆਂ ਜੜੀਆਂ ਹੋਈਆਂ, ਉਹ ਰਾਣੀ ਆਸ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੋਤਾ ਜਾਣ ਕੇ ਦਿੱਤੀ ਹੈ। ਲਵਪੁਰ ਪਤ ਫਿਰ ਹੋਤ ਵਿਦਾਈ। ਤੇ ਲਵਪੁਰ ਪਤ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਵਿਦਾ ਲਈ। ਮੰਗ ਤੋਪ ਇੱਕ ਲਈ ਸੁਹਾਈ। ਤੇ ਇਹ ਵੀ ਇੱਕ ਤੋਪ ਮੰਗ ਕੇ ਲਈ, ਸੋਹਣੀ ਸੁੰਦਰ ਚੰਗੀ। ਦੋਹਰਾ ਭੂਪ ਕੁਛਕ ਦਿਲ ਰੰਜੋ ਹੈ। ਦਈ ਤੋਪ ਜਾਓ ਗਾਏ। ਤਾਂ ਰਾਜੇ ਨੇ ਮਨ ਵਿੱਚ ਕੁਝ ਰੰਜ ਜਿਹਾ ਕੀਤਾ ਸਾਹਿਬ ਸਿੰਘ ਨੇ। ਇਸ ਤਰ੍ਹਾਂ ਕਹਿ ਕੇ ਤੋਪ ਦਿੱਤੀ। ਨਹਿ ਤੁਮਰੇ ਜਹ ਰਹਿ ਪੁਨਾ। ਹਮ ਘਰ ਜਹ ਆਏ। ਕਹਿੰਦਾ ਇਹ ਤੇਰੇ ਘਰ ਰਹਿਣੀ ਨਹੀਂ ਹੈ, ਇਹ ਸਾਡੇ ਘਰ ਹੀ ਵਾਪਸ ਆ ਜਾਣੀ ਹੈ। ਸਾਚ ਭਇਓ ਬਾਚ ਭੂਪ ਕੋ। ਪਿਖਿਓ ਨੈਣ ਹਮ ਨੀਕ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਗੁਰਮੁਖੋ ਇਹ ਗੱਲ ਸੱਚ ਹੋਈ। ਤੇ ਮੈਂ ਜਿਹੜਾ ਉਹ ਸਾਹਿਬ ਸਿੰਘ ਨੇ ਬਚਨ ਕਿਹਾ ਸੀ ਮਹਾਰਾਜੇ ਰਣਜੀਤ ਸਿੰਘ ਨੂੰ, ਤੋਪ ਤਾਂ ਲੈ ਜਾ ਪਰ ਇਹ ਰਹਿਣੀ ਨਹੀਂ, ਸਾਡੇ ਕੋਲੇ ਆ ਜਾਣੀ, ਉਹ ਮੈਂ ਆਪਣੇ ਅੱਖੀਂ ਕਹਿੰਦੇ ਗੱਲ ਸੱਚ ਵੇਖੀ। ਪਿੱਛੇ ਸਤਲੁਜ ਜੰਗ ਸੋ ਆਈ ਪਟਿਆਲੇ ਠੀਕ।
ਤੇ ਫਿਰ ਪਿੱਛੋਂ ਜਦੋਂ ਜੰਗ ਹੋਈ, ਸਤਲੁਜ ਜੰਗ ਲਿਖਿਆ, ਇਹ ਮੁੱਦਕੀ ਤੇ ਸਭਰਾਵਾਂ ਦੀ ਲੜਾਈ ਤੋਂ ਪਿੱਛੋਂ ਫਿਰ ਇਹ ਤੋਪ ਜਿਹੜੀ ਹੈ ਪਟਿਆਲੇ ਆ ਗਈ। ਹੋਏ ਵਿਦਾ ਸਰਕਾਰ ਜਬ ਗਏ ਔਰ ਲਾਹੌਰ। ਤੇ ਸਰਕਾਰ ਭਾਵ ਮਹਾਰਾਜਾ ਰਣਜੀਤ ਸਿੰਘ ਜੀ ਪਟਿਆਲਿਓਂ ਵਿਦਾ ਹੋ ਕੇ ਲਾਹੌਰ ਨੂੰ ਚਲੇ ਗਏ। ਇਤ ਸਰਦਾਰਨ ਨਿਰਪਨ ਮਿਲ ਕਰਿਓ ਮਤਾ ਜਿਸ ਤੌਰ। ਮਹਾਰਾਜਾ ਤੇ ਵਾਪਸ ਚਲਿਆ ਗਿਆ, ਪਰ ਇਹ ਰਿਆਸਤਾਂ ਵਾਲੇ ਡਰ ਗਏ। ਸਾਰੇ ਸਰਦਾਰ ਤੇ ਰਾਜਿਆਂ ਨੇ ਮਿਲ ਕਰਕੇ ਇੱਕ ਮਤਾ ਪਕਾਇਆ, ਉਹ ਜਿਵੇਂ ਪਕਾਇਆ। ਹੋਏ ਵਿਦਾ ਪਟਲੇਸ ਤੈ ਸ੍ਰੀ ਰਣਜੀਤ ਮਰਗੇਸ਼। ਇਧਰ ਮਹਾਰਾਜਾ ਰਣਜੀਤ ਸਿੰਘ ਤੇ ਇਥੋਂ ਪਟਿਆਲੇ ਵਾਲੇ ਰਾਜੇ ਤੋਂ ਵਿਦਾਇਗੀ ਲੈ ਕੇ ਲਾਹੌਰ ਚਲਿਆ ਗਿਆ। ਪਹੁੰਚਿਓ ਬੀਚ ਲਾਹੌਰ ਵਹਿ ਔਰ ਗਾਥ ਸੁਨ ਬੇਸ। ਉਹ ਤੇ ਲਾਹੌਰ ਚਲਿਆ ਗਿਆ। ਹੋਰ ਚੰਗੀ ਕਹਿੰਦੇ ਸੁੰਦਰ ਗਾਥਾ ਕਹਾਣੀ ਕਥਾ ਸੁਣੋ ਜੀ। ਚੌਪਈ ਸੋ ਸੁਨੋ ਸਭੀ ਸਿੱਖ ਭਾਈ। ਉਹ ਭਾਈ ਸਾਰੇ ਸਿੱਖੋ ਸੁਣ ਲਵੋ। ਜਿਉਂ ਮਲਵਈਆਂ ਬਿਉਂਤ ਬਣਾਈ। ਜਿਵੇਂ ਫਿਰ ਮਲਵਈਆਂ ਨੇ ਬਾਅਦ ਵਿੱਚ ਹੌਲੀ ਹੌਲੀ ਇਸ ਕੁਝ ਸਮੇਂ ਬਾਅਦ ਇਹੋ ਜਿਹੀਆਂ ਬਿਉਂਤਾਂ ਸ਼ੁਰੂ ਹੋ ਗਈਆਂ। ਜਿਹੜੇ ਮਲਵਈ ਮਾਲਵੇ ਦੀਆਂ ਰਿਆਸਤਾਂ ਦੇ ਮੁਖੀ ਸਨ ਨੇ ਬਿਉਂਤਾਂ ਬਣਾਈ। ਲਾਲ ਸਿੰਘ ਕੈਂਥਲ ਪਤ ਭਾਈ। ਲਾਲ ਸਿੰਘ ਜਿਹੜਾ ਸੀ, ਭਾਈ ਲਾਲ ਸਿੰਘ ਕੈਂਥਲਪਤੀ, ਕੈਂਥਲ ਦਾ ਰਾਜਾ ਲਾਲ ਸਿੰਘ। ਇਹ ਸਾਰੇ ਜਿਹੜੇ ਸਨ ਇਹ ਗੁਰਮੁਖੋ ਭਾਈ ਭਗਤੂ ਕਿਆਂ ਚੋਂ ਸੀ, ਉਹਦੀ ਅੰਸ਼ ਬੰਸ ਸਨ। ਭਾਗ ਸਿੰਘ ਨ੍ਰਿਪ ਜੀਂਦ ਕਹਾਈ। ਤੇ ਭਾਗ ਸਿੰਘ ਸੀ ਜਿਹੜਾ ਜੀਂਦ ਰਿਆਸਤ ਦਾ ਰਾਜਾ ਸੀ। ਇਹ ਜਿਹੜੇ ਸਨ ਇਹ ਫਿਰ ਜਿਵੇਂ ਇੱਕ ਭਾਈ ਭਗਤੂ ਕੇ ਹੋ ਗਏ ਆ, ਤੇ ਉਹਨਾਂ ਦੇ ਵਿੱਚੋਂ ਫਿਰ ਆ ਗਏ ਅੱਗੇ ਰਾਮ ਸਿੰਘ ਫਤਿਹ ਸਿੰਘ ਹੋਣਾ ਚੋਂ ਵੀ ਅੱਗੇ ਦੀ ਅੱਗੇ ਰਿਆਸਤਾਂ ਜਿਹੜੀਆਂ ਨੇ ਇਹ ਬਣੀਆਂ ਹਨ। ਤੇ ਉਹ ਫਿਰ ਭਾਗ ਸਿੰਘ ਜਿਹੜਾ ਸੀ ਉਸ ਸਮੇਂ ਜੀਂਦ ਦਾ ਰਾਜਾ ਕਹਾਉਂਦਾ ਹੈ। ਪੁਨ ਜਸਵੰਤ ਸਿੰਘ ਨਾਭੇਸੂ। ਫਿਰ ਭਾਈ ਨਾਭੇ ਦਾ ਰਾਜਾ ਜਿਹੜਾ ਹੈ ਭਾਈ ਜਸਵੰਤ ਸਿੰਘ ਮਹਾਰਾਜਾ ਨਾਭਾ। ਅਰ ਅਫਗਾਨ ਮਲੇਰੀ ਬੇਸੂ। ਜਿਹੜੇ ਫਿਰ ਹੋਰ ਚੰਗੇ ਮਲੇਰਕੋਟਲਾ ਰਿਆਸਤ ਤੇ ਮੁਸਲਮਾਨਾਂ ਕੋਲੇ ਪਠਾਣਾ ਕੋਲੇ ਸੀ। ਇਹ ਅਫਗਾਨੀ ਪਠਾਨ ਜਿਹੜੇ ਮਲੇਰੀਏ ਸਨ। ਅੰਬਾਲੇ ਪਤ ਸ਼ਾਹਬਾਦੀਏ। ਤੇ ਅੰਬਾਲੇ ਵਾਲਾ ਸ਼ਾਹਬਾਦੀਆ ਸ਼ਾਹਬਾਦ ਵਾਲੇ ਜੋ ਸਨ। ਮਿਲੇ ਕਰਮ ਸਿੰਘ ਲੋ ਫਸਾਦੀਏ। ਇਹ ਫਿਰ ਕਰਮ ਸਿੰਘ ਆਦਿਕ ਸਾਰੇ ਫਸਾਦੀਏ ਜਿਹੜੇ ਲੜਾਕੇ ਸੀ ਇਹ ਇਕੱਠੇ ਹੋਏ। ਇਨ ਸਭ ਹਨ ਮਿਲ ਬੈਠ ਪਟਿਆਲੇ। ਇਹਨਾਂ ਸਾਰਿਆਂ ਨੇ ਪਟਿਆਲੇ ਵਿੱਚ ਬੈਠੇ। ਜਾਬਿਦ ਕਰੀ ਸਲਾਹੇ ਬਸਾਲੇ। ਤੇ ਵੱਡੀ ਇਹਨਾਂ ਨੇ ਭਾਈ ਸਲਾਹ ਕੀਤੀ, ਫੈਸਲਾ ਕੀਤਾ। ਦੋਹੇ ਦਿਸ ਦੋ ਰਿਪ ਪ੍ਰਬਲ ਮਹਾਨੇ। ਕਹਿੰਦੇ ਹੁਣ ਆਪਣੇ ਦੋਨੇ ਪਾਸੇ ਦੋ ਵੱਡੇ ਬੈਰੀ ਮਹਾਨ ਦੁਸ਼ਮਣ ਆਪਣੇ ਹੋ ਗਏ ਨੇ। ਹੈ ਹਮਾਰੇ ਲਿਓ ਠੀਕ ਪਛਾਨੇ। ਇਹ ਜਾਣ ਲਓ ਕਿ ਠੀਕ ਹੈ ਵੀ ਆਪਣੇ ਆਲੇ ਦਾਲੇ ਦੋ ਦੁਸ਼ਮਣ ਹੋ ਗਏ। ਭਾਵ ਇੱਕ ਪਾਸੇ ਅੰਗਰੇਜ਼ ਹੈ ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਹੈ। ਸਮਝਦੇ ਸਨ ਮਹਾਰਾਜਾ ਰਣਜੀਤ ਸਿੰਘ ਨੂੰ, ਪਰ ਇਹਨਾਂ ਨੇ ਦੇਖੋ ਇਹ ਹੁੰਦਾ ਕਈ ਵਾਰ ਆਪਣਿਆਂ ਦੀ ਗੱਲ ਨਹੀਂ ਕੋਈ ਸੁਣਦਾ, ਬਗਾਨੇ ਨਾਲ ਜਾ ਕੇ ਮਿੱਤਰਤਾ ਪਾ ਲੈਂਦਾ। ਨੁਕਸਾਨ ਵੱਡਾ ਹੋਇਆ। ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਤੇ ਈਰਖਾ ਕਰ ਲਈ। ਇਹ ਕਹਿੰਦੇ ਸੀ ਇੱਕ ਪਾਸੇ ਹੈਜੇ ਦੀ ਬਿਮਾਰੀ ਹੈ, ਦੂਜੇ ਪਾਸੇ ਤਪਦਿਕ ਦੀ ਬਿਮਾਰੀ ਹੈ ਦੋਵੇਂ ਬਿਮਾਰੀਆਂ। ਇੱਕ ਚੁਣ ਲਓ ਬਿਮਾਰੀ ਤਾਂ ਚੁਣਨੀ ਪੈਣੀ ਹੈ। ਤੇ ਗਲਤੀ ਕੀ ਕੀਤੀ ਇਹਨਾਂ ਸਿਆਸਤਾਂ ਨੇ, ਪਟਿਆਲੇ ਵਾਲੇ ਮੁਖੀ ਸਨ, ਇਹਨਾਂ ਨੇ ਅੰਗਰੇਜ਼ ਚੁਣ ਲਏ। ਮਹਾਰਾਜਾ ਰਣਜੀਤ ਸਿੰਘ ਨੂੰ ਚੁਣ ਲੈਂਦੇ ਤਾਂ ਨਕਸ਼ਾ ਕੁਝ ਹੋਰ ਹੁੰਦਾ। ਵੱਡੀ ਗਲਤੀ ਇਹਨਾਂ ਨੇ ਜਿਹੜੀ ਕੀਤੀ ਕਿ ਇੱਥੇ ਫਿਰ ਲੁਧਿਆਣੇ ਜਿਵੇਂ ਲਿਆਏ ਉਹ ਕਥਾ ਦੱਸ ਰਹੇ ਹਨ। ਜਦੋਂ ਸਾਰੇ ਮਿਲੇ ਹਨ ਤਾਂ ਕਹਿੰਦੇ ਦੋਨੇ ਪਾਸੇ ਦੋ ਦੁਸ਼ਮਣ ਹਨ ਮਹਾਨ। ਹੈ ਹਮਰੇ ਲਿਓ ਨੀਕ ਪਛਾਨੇ।
ਇਹ ਦੋਵੇਂ ਪਾਸੇ ਆਪਣੇ ਦੋ ਦੁਸ਼ਮਣ ਨੇ, ਚੰਗੀ ਤਰ੍ਹਾਂ ਜਾਣ ਲਵੋ। ਚਾਲ ਚੱਲੋ ਨੀਤੀ ਕੀ ਅਬ ਤਿਉ, ਆਪਾਂ ਹੁਣ ਕੋਈ ਨੀਤੀ ਦੀ ਚਾਲ ਚੱਲੀਏ ਇਸ ਤਰ੍ਹਾਂ। ਬਨੇ ਰਹਿ ਜਹ ਹਮਰੇ ਘਰ ਜਿਉ, ਇਹ ਜਿਹੜੇ ਆਪਣੇ ਘਰ ਆਏ ਬਣੇ ਰਹਿਣ, ਆਪਣੀਆਂ ਰਿਆਸਤਾਂ ਬਚੀਆਂ ਰਹਿਣ। ਦੇਖੋ ਜੇ ਮਹਾਰਾਜ ਤੇ ਵਿਸ਼ਵਾਸ ਹੀ ਰੱਖ ਲੈਂਦੇ, ਇਹ ਆਪਣੀਆਂ ਰਿਆਸਤਾਂ ਨੂੰ ਕੌਣ ਲੈ ਜੂ? ਮਹਾਰਾਜ ਨੇ ਤਾਂ 10ਵੇਂ ਪਾਤਸ਼ਾਹ ਨੇ ਦਿੱਤੀਆਂ, ਫਿਰ ਅਰਦਾਸ ਵੀ 10ਵੇਂ ਪਾਤਸ਼ਾਹ ਕੋਲ ਹੀ ਕਰੋ ਨਾ। ਮਹਾਰਾਜ ਸਾਡੀ ਕੋਲੋਂ ਭੁੱਲਾਂ ਕੋਈ ਹੋ ਸਕਦੀਆਂ, ਸਾਨੂੰ ਸਮਝਾ, ਪਰ ਤੂੰ ਬਖਸ਼ੀਆਂ ਰਿਆਸਤਾਂ, ਇਸ ਕਰਕੇ ਇਹ ਕਿਰਪਾ ਕਰ ਸਾਡੇ ਤੇ ਸਾਨੂੰ ਉਸੇ ਤਰ੍ਹਾਂ ਇਹ ਰਿਆਸਤਾਂ ਸਾਡੇ ਕੋਲ ਹੀ ਰਹਿਣ ਦੇ। ਪਰ ਨਹੀਂ ਇਸ ਤਰ੍ਹਾਂ ਹੋਇਆ, ਆਪਣੇ ਅੰਦਰੋਂ ਕਿਉਂਕਿ ਉਹ ਡਰ ਪੈ ਜਾਂਦਾ ਰਿਹਾ। ਇੱਕ ਪਾਸੇ ਹੈ ਅੰਗਰੇਜ਼ ਸਰਕਾਰ, ਦਿੱਲੀ ਵਾਲੇ ਨੇ, ਦੂਜੇ ਪਾਸੇ ਜਿਹੜੇ ਹਨ ਮਹਾਰਾਜਾ ਰਣਜੀਤ ਸਿੰਘ ਹੈ। ਕਹਿੰਦੇ ਦੋ ਰਿਪ ਦੋਹੇ ਦਿਸ ਪਰਬਲ, ਦੋਹੇ ਦਿਸ ਦੋ ਰਿਪ ਪਰਬਲ ਮਹਾਨੇ, ਇਹ ਸਾਡੇ ਬੈਰੀ ਨੇ। ਕੋਈ ਇਸ ਤਰ੍ਹਾਂ ਦਾ ਹੱਲ ਕਰੀਏ ਕਿ ਆਪਣੇ ਜਿਹੜੇ ਆ ਘਰ ਬਚ ਜਾਣ। ਤੋ ਉੱਥੋਂ ਹੀ ਫਿਰ ਇਹ ਮਾਰ ਖਾ ਗਏ ਨੇ। ਜਦੋਂ ਅੰਗਰੇਜ਼ਾਂ ਕੋਲੇ ਜਾ ਕੇ ਕਿਹਾ ਤੁਸੀਂ ਸਾਡੇ ਵੱਲ ਆਓ, ਨਹੀਂ ਸਾਡੀਆਂ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਰੋਕ ਲਵੇਗਾ। ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਕਿ ਹੁਣ ਆਪਾਂ ਇੱਧਰਲਾ ਮਾਲਵਾ ਵਾਲਾ ਪਾਸਾ ਤਾਂ ਕਾਬਜ ਹੋ ਹੀ ਰਹੇ ਹਾਂ, ਹੌਲੀ ਹੌਲੀ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਏਰੀਆ ਵੀ ਦੱਬ ਲਵਾਂਗੇ। ਤੇ ਇਹ ਕੁਝ ਗਲਤੀਆਂ ਜਿਹੜੀਆਂ ਸਮਾਜ ਦੇ ਵਿੱਚ ਹੁੰਦੀਆਂ, ਉੱਥੇ ਭਾਈ ਇਹੋ ਜਿਹਾ ਵੀ ਲਿਖਿਆ ਹੈ ਕਿ ਉਤ ਤੈ ਲਵਪੁਰ ਪਤ ਨਿਤ ਆਵਤ, ਕਰਤ ਖਰਾਬੀ ਜੋਰ ਜਨਾਵਤ। ਇਸ ਤਰ੍ਹਾਂ ਇਹਨੇ ਕਹਿੰਦੇ ਉਧਰੋਂ ਤਾਂ ਆਉਂਦਾ ਜਿਹੜਾ ਆਪਾਂ ਨੂੰ ਖੁਆਰ ਕਰਦਾ ਮਹਾਰਾਜਾ ਰਣਜੀਤ ਸਿੰਘ। ਰਾਜ ਹਮਾਰੇ ਦੋਨੋਂ ਮਾਹੀ, ਆਨ ਫਸੇ ਹੈ ਕਠਨ ਕੁਠਾਹੀ। ਅਸੀਂ ਤਾਂ ਵਿਚਾਲੇ ਫਸ ਗਏ ਆ। ਤੇ ਇਉਂ ਜਾਣ ਲਵੋ ਕਿ ਇਹਦੇ ਇਸ ਤਰ੍ਹਾਂ ਸਲਾਹ ਕਰ ਲਈ ਹੈ ਕਿ ਚੰਗੀ ਤਰ੍ਹਾਂ ਪਛਾਣ ਲਓ ਕਿ ਆਪਣੇ ਘਰ ਜਿਵੇਂ ਬਚ ਜਾਣ। ਬਨੇ ਰਹਿ ਜਹ ਹਮਰੇ ਘਰ ਜਿਉ, ਇਤ ਦਿਸ ਦਿੱਲੀ ਓ ਅੰਗਰੇਜ਼। ਇਸ ਪਾਸੇ ਤਾਂ ਦਿੱਲੀ ਤੇ ਅੰਗਰੇਜ਼ ਨੇ ਦਿੱਲੀ ਰਾਜ ਕਰ ਰਹੇ ਹਨ। ਪਹੁੰਚੇ ਆਏ ਪ੍ਰਬਲ ਸਹਿ ਤੇਜ, ਜਿਹੜੇ ਦਿੱਲੀ ਤੱਕ ਬੜੇ ਤੇਜ ਪ੍ਰਤਾਪ ਨਾਲ ਪਹੁੰਚ ਗਏ ਹਨ। ਇਤ ਤੈ ਲਵਪੁਰ ਪਤ ਨਿਤ ਆਵਤ, ਇਧਰੋਂ ਕਹਿੰਦੇ ਲਵਪਤੀ ਮਹਾਰਾਜਾ ਰਣਜੀਤ ਸਿੰਘ ਉਹ ਰੋਜ਼ ਆਉਂਦਾ ਹੈ। ਕਰਤ ਖਰਾਬੀ ਜੋਰ ਜਨਾਵਤ, ਉਹ ਕਰਤ ਖਰਾਬੀ ਕਰਦਾ, ਆਪਣਾ ਜ਼ੋਰ ਦਿਖਾਉਂਦਾ ਹੈ। ਹਮਰੇ ਘਰ ਇਨ ਦੋਨੋਂ ਮਾਹੀ, ਤੇ ਸਾਡੇ ਜਿਹੜੇ ਘਰ ਨੇ, ਸਾਡੀਆਂ ਰਿਆਸਤਾਂ ਇਹਨਾਂ ਦੋਨਾਂ ਦੇ ਵਿੱਚ ਆਏ ਫਸੇ ਹੈ ਕਠਨ ਕੁਠਾਹੀ। ਬੜੀ ਔਖੀ ਬੜੀ ਮਾੜੀ ਜਗ੍ਹਾ 'ਚ ਫਸ ਗਏ ਆ ਆਪਾਂ। ਤਾਂ ਤੇ ਕਰੋ ਯਤਨ ਅਬ ਐਸੇ, ਇਸ ਕਰਕੇ ਕੋਈ ਹੁਣ ਇਹੋ ਜਿਹਾ ਯਤਨ ਕਰੀਏ। ਬਨੇ ਰਹੇ ਹਮ ਦੋਹੇ ਮੱਧ ਜੈਸੇ, ਆਪਾਂ ਦੋਹਾਂ ਦੇ ਵਿਚਾਲੇ ਬਣੇ ਰਹੀਏ। ਇਧਰਲਾ ਪਾਸਾ ਲਾਹੌਰ ਹੈ ਤੇ ਲਾਹੌਰ ਆ ਜਾਂਦਾ, ਇਧਰੋਂ ਫਿਰ ਦਿੱਲੀ ਸ਼ੁਰੂ ਹੋ ਜਾਂਦਾ ਸੀ ਤੇ ਵਿਚਾਲੇ ਇਹ ਰਿਆਸਤਾਂ ਸਨ। ਕਿਵੇਂ ਆਪਾਂ ਵਿਚਾਲੇ ਬਣੇ ਰਹੀਏ। ਜੁਗ ਦਾੜਨ ਮੈਂ ਰਹਿਤ ਜੀ ਹੈ ਜਿਉ, ਜੁਗ ਦਾੜਨ ਮੈਂ, ਦਾੜਾਂ ਕਹਿ ਲੋ ਕਿ ਦੇਖੋ ਦੋਹਾਂ ਦਾੜਾਂ ਦੇ ਵਿੱਚ ਜਿਵੇਂ ਦੰਦਾਂ ਦੇ ਵਿੱਚ ਜੀਭ ਰਹਿੰਦੀ ਹੈ, ਉਹ ਆਪਣਾ ਸੰਭਾਲ ਕੇ ਰਹਿੰਦੀ ਹੈ। ਜੇ ਥੋੜੀ ਬਹੁਤੀ ਇੱਧਰ ਉੱਧਰ ਹੁੰਦੀ ਹੈ ਫਿਰ ਦੰਦ ਵੜ ਦਿੰਦੇ ਉਸ ਨੂੰ। ਸੀਪੀ ਪੁੱਟ ਮੈਂ ਮੋਤੀ ਰਹਿ ਤਿਉ, ਜਿਵੇਂ ਸਿੱਪੀ ਦੇ ਪੜ ਦੇ ਵਿੱਚ ਜਿਹੜਾ ਮੋਤੀ ਹੈ ਉਹ ਵਿੱਚ ਰਹਿ ਜਾਂਦਾ, ਉਹ ਵੀ ਆਪਣਾ ਆਪ ਰੱਖਦਾ ਹੈ। ਦੋ ਪੁੜ ਚੱਕੀ ਮਾਹੇ ਆਏ ਸੱਚ, ਇਉਂ ਜਾਣ ਲਓ ਆਪਾਂ ਤਾਂ ਚੱਕੀ ਦੇ ਦੋ ਪੁੜਾਂ ਵਿੱਚ ਆ ਗਏ, ਗੱਲ ਸੱਚ ਜਾਣੋ। ਕੀਲੀ ਢਿੱਗ ਦਾਣਾ ਰਹਿ ਜਿਉ ਬਚ, ਤੇ ਹੁਣ ਬਚੂ ਉਹੀ ਜਿਹੜਾ ਦਾਣਾ ਕਿੱਲੀ ਦੇ ਕੋਲੇ ਰਹਿ ਗਿਆ, ਬਾਕੀ ਤਾਂ ਪੀਸੇ ਜਾਣਗੇ। ਤਿਉ ਸਭ ਹਮ ਤਿਨ ਤੇ ਬਚ ਰਹਿ, ਤੋ ਆਪਾਂ ਸਾਰੇ ਜਾਣੇ ਇਸ ਤਰ੍ਹਾਂ ਕੋਈ ਉਪਰਾਲਾ ਕਰੀਏ, ਇਹਨਾਂ ਤੋਂ ਬਚ ਜਾਈਏ।
ਨਹਿ ਨੁਕਸਾਨ ਜੈਸ ਕਛ ਲਹੈ। ਤੇ ਜਿਸ ਕਰਕੇ ਆਪਣਾ ਕੋਈ ਨੁਕਸਾਨ ਨਾ ਹੋਵੇ, ਸੋਈ ਕਰੋ ਅਬ ਤਜ ਅਬੈ ਤਜ ਦੇਰੀ। ਹੁਣ ਸਾਰੇ ਸਲਾਹਾਂ ਕਰਦੇ ਆ ਕਿ ਆਪਾਂ ਬਿਨਾਂ ਕਿਸੇ ਦੇਰੀ ਤੋਂ ਉਹ ਕਾਰਜ ਕਰੀਏ, ਜਿਉਂ ਤਜਵੀਜ ਹੋਏ ਸਭ ਕੇਰੀ। ਜਿਵੇਂ ਸਾਰਿਆਂ ਦੀ ਸਲਾਹ ਹੋਵੇ, ਸਾਰਿਆਂ ਦਾ ਕੋਈ ਮਸ਼ਵਰਾ ਹੋਵੇ। ਪੈ ਇੱਕ ਕੀ ਅਬ ਸ਼ਰਨ ਲਏ ਬਿਨ। ਕਹਿਣ ਲੱਗੇ ਹੁਣ ਇਹ ਜਾਣ ਲੋ ਕਿ ਇਹਨਾਂ ਦੋਨਾਂ ਵਿੱਚੋਂ ਇੱਕ ਦੀ ਸ਼ਰਨ ਲਏ ਤੋਂ ਬਿਨਾ ਬਨੇ ਰਹਿਨ ਹੈ ਕਠਨ ਘਰਨ ਇਨ। ਆ ਰਿਆਸਤਾਂ, ਇਹ ਘਰਾਂ ਰਿਆਸਤਾਂ ਬਣੀਆਂ ਰਹਿਣੀਆਂ ਔਖੀਆਂ ਹਨ। ਫਿਰ ਅਬ ਨੀਤ ਵਿਚਾਰੋ ਪੂਰੀ। ਆਪਸ ਵਿੱਚ ਸਲਾਹਾਂ ਕਰਦੇ ਐ, ਜੀਂਦ ਕੈਂਥਲ ਅੰਬਾਲੀਏ ਸਾਰੇ ਪਟਿਆਲਾ ਨਾਭਾ ਸਾਰੇ ਰਾਜੇ, ਕਿ ਹੁਣ ਕੋਈ ਇਹੋ ਜਿਹੀ ਪੂਰੀ ਨੀਤੀ ਵਿਚਾਰੋ, ਕਿਸ ਕੋ ਚਾਹੀਏ ਮਿਲਣ ਜ਼ਰੂਰੀ। ਆਪਾਂ ਨੂੰ ਕਿਹਨੂੰ ਜ਼ਰੂਰੀ ਮਿਲਣਾ ਚਾਹੀਦਾ? ਮਹਾਰਾਜੇ ਦੇ ਅਧੀਨਗੀ ਲਈਏ ਕਿ ਅੰਗਰੇਜ਼ਾਂ ਕੋਲੇ ਚੱਲੀਏ ਆਪਾਂ? ਗੁਣ ਅਰ ਦੋਖ ਦੋਹਨ ਕੇ ਵਰਨੋ। ਦੋਹਾਂ ਦੇ ਵਿੱਚ ਗੁਣ ਕੀ ਹੈ, ਦੋਹਾਂ ਵਿੱਚ ਦੋਸ਼ ਕੀ ਹੈ, ਉਹ ਦੋਨਾਂ ਦੇ ਵਰਨੋ ਕਹੋ। ਦੋਨਾਂ ਦੇ ਜੋ ਹੋਇਆ ਠੀਕ ਗਹਿ ਤਿਸ ਪਰਨੋ। ਜਿਹੜਾ ਦੋਹਾਂ ਚੋਂ ਠੀਕ ਲੱਗੇ ਉਹਨਾਂ ਦਾ ਆਸਰਾ ਲੈ ਲਓ। ਕਿਉਂਕਿ ਜਿਹੜੇ ਅੰਗਰੇਜ਼ ਸਨ ਇਹ ਕਪਟੀ ਛਲੀਏ ਸੀ, ਇਹਨਾਂ ਨੇ ਤਾਂ ਕਪਟ ਸਬਜ਼ਬਾਜ਼ ਦਿਖਾਏ। ਉਸ ਸਮੇਂ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਅੰਗਰੇਜ਼ਾਂ ਦਾ ਸ਼ਰਨ ਲੈ ਲਈਏ, ਆਪਾਂ ਬਚੇ ਰਹਾਂਗੇ। ਪਰ ਹਾਲਤ ਮਾੜੀ ਹੋਈ। ਇਹੋ ਜਿਹੇ ਜਿਹੜੇ ਕੁਝ ਫੈਸਲੇ ਹੁੰਦੇ ਆ, ਇਹ ਆਪਣਿਆਂ ਦੇ ਨਹੀਂ ਬਣਨਾ, ਆਪਣੇ ਨੂੰ ਨਹੀਂ ਦੇਣਾ, ਬਗਾਨਾ ਚਾਹੇ ਸਾਰਾ ਕੁਝ ਲੁੱਟ ਕੇ ਲੈ ਜੇ। ਇਹ ਹਾਲਾਤ ਉਸ ਸਮੇਂ ਹੋਏ। ਇਹਨਾਂ ਨੂੰ ਲੱਗਿਆ ਮਹਾਰਾਜਾ ਰਣਜੀਤ ਸਿੰਘ ਸਾਨੂੰ ਖਤਮ ਰਿਆਸਤਾਂ ਕਰੂ, ਤੇ ਇਧਰੋਂ ਜੇ ਅੰਗਰੇਜ਼ ਲਿਆਵਾਂਗੇ, ਕਿਉਂਕਿ ਉਹ ਕਹਿੰਦੇ ਸੀ ਜੇ ਤੁਸੀਂ ਸਾਡੇ ਨਾਲ ਸੰਧੀ ਕਰੋ ਤੁਹਾਡੀਆਂ ਰਿਆਸਤਾਂ ਨੂੰ ਕੋਈ ਹਿਲਾ ਨਹੀਂ। ਗੱਲਾਂ ਵਿੱਚ ਆ ਗਏ। ਬਹੁਤੇ ਪੜ੍ਹੇ ਲਿਖੇ ਉਦੋਂ ਇੰਨੇ ਨਹੀਂ ਸਨ, ਕੋਈ ਵੱਡੇ ਵਿਦਵਾਨਾਂ ਦੇ ਰੂਪ ਵਿੱਚ ਨਹੀਂ ਸਨ। ਜੋ ਭਾਈ ਠੀਕ ਲੱਗੇ ਉਹ ਕਰੀਏ। ਆਲਮ ਆਕਲ ਤੇ ਤਹਿ ਜੇ, ਆਲਮ ਆਕਲ ਥੇ ਤਹਿ ਜੀਤੇ। ਤੋ ਇਸ ਤਰ੍ਹਾਂ ਭਾਈ ਜਿਹੜੇ ਵਿਦਵਾਨ ਸੀ ਜਾਂ ਕੋਈ ਅਕਲ ਦੇਣ ਵਾਲੇ ਜੋ ਸਨ, ਲੱਗੇ ਸਲਾਹੇ ਦੇਣ ਐਮ ਤੇਤੇ। ਇਹਨਾਂ ਰਾਜਿਆਂ ਨੂੰ ਫਿਰ ਇਸ ਤਰ੍ਹਾਂ ਸਲਾਹਾਂ ਦੇਣ ਲੱਗੇ। ਮਹਾਰਾਜ ਲਵਪੁਰ ਪਤ ਸਾਦਰ। ਕੋਈ ਤਾਂ ਕਹਿੰਦਾ ਕਿ ਜਿਹੜਾ ਲਵਪੁੱਤ ਮਹਾਰਾਜ ਲਵਪੁਰ, ਲਾਹੌਰ ਪਤੀ ਮਹਾਰਾਜਾ ਰਣਜੀਤ ਸਿੰਘ ਹੈ, ਆਦਰਯੋਗ ਹੈ। ਜਦਪ ਹੈ ਜਹ ਸਿੰਘ ਬਹਾਦਰ, ਜਦਪ ਜੈ ਹੈ, ਜਦਪ ਹੈ ਜਹ ਸਿੰਘ ਬਿਰਾਦਰ। ਬਿਰਾਦਰ ਫਾਰਸੀ ਦਾ ਸ਼ਬਦ ਹੈ, ਇਹ ਤੋਂ ਹੀ ਅੱਗੇ ਬ੍ਰਦਰ ਬਣਿਆ, ਅੰਗਰੇਜ਼ੀ ਚ ਆ ਗਿਆ ਜਦੋਂ। ਤੇ ਜਦਪ ਕਹਿੰਦੇ ਫਿਰ ਵੀ ਉਹ ਸਿੰਘ ਹੈ, ਆਪਣਾ ਭਰਾ ਹੈ ਗੁਰੂ ਕਾ। ਪ੍ਰਬਲ ਪ੍ਰਤਾਪੀ ਵੀਰ ਬਹਾਦਰ। ਦੇਖੋ ਆਪਾਂ ਗੁਰੂ ਦੇ ਸਿੱਖ ਹੈ। ਮਹਾਰਾਜਾ ਰਣਜੀਤ ਸਿੰਘ ਉਹ ਆਪਣਾ ਭਰਾ ਹੈ। ਪ੍ਰਬਲ ਪ੍ਰਤਾਪੀ, ਬਹੁਤ ਬਲ ਵਾਲਾ, ਪ੍ਰਤਾਪ ਵਾਲਾ, ਵੀਰ ਬਹਾਦਰ ਹੈ। ਪੰਥ ਖਾਲਸੇ ਕੀ ਪਤ ਨਾਦਰ। ਫਿਰ ਨਾਲ ਦੀ ਨਾਲ ਪੰਥ ਖਾਲਸੇ ਦੀ ਇੱਜ਼ਤ ਵੀ ਅਣਖਿੱਜਤ ਹੈ, ਇਹ ਖਾਲਸੇ ਦਾ ਰਾਜ ਹੈ। ਪਰ ਜਹ ਪੁਨ ਪੁਨ ਲੈ ਦਲ ਕਾਦਰ। ਉਹ ਜਿਵੇਂ ਜਦੋਂ ਗੱਲਾਂ ਕਈਆਂ ਦਾ ਹੁੰਦਾ ਹੈ, ਉਹ ਤਾਂ ਦੱਸੀ ਜਾਣਾ ਸਾਰਾ ਕੁਝ ਵਡਿਆਈਆਂ ਕਰਦੇ ਕਰਦੇ ਨਾਲ ਕਹਿਣ ਪਰ ਉਹ ਆਏ ਆ, ਉੱਥੇ ਕੰਮ ਖਰਾਬ ਕਰਤਾ ਜਿਹੜੇ ਵਿੱਚ ਹੁੰਦੇ ਆ ਨਾ। ਇਹ ਸਾਰਾ ਕੁਝ ਉਹ ਭਾਨੀ ਮਾਰ ਮਹਿਕਮਾ ਹੁੰਦਾ, ਇਹ ਸਾਰਾ ਕੁਝ ਕਰੀ ਜਾਣਾ। ਜਿਹਨੇ ਭਾਨੀ ਮਾਰਨੀ ਸੀ ਉਹਨੇ ਮਾਰਤੀ। ਅੱਗੇ ਇਹੋ ਜਿਹੇ ਰਿਵਾਜ ਵੀ ਹੁੰਦੇ ਸੀ, ਹੁਣ ਵੀ ਹੈਗੇ। ਅੱਗੇ ਜਾਣੀ ਸਾਹਮਣੇ ਆ ਕੇ ਮਾਰਦੇ ਹੁੰਦੇ ਸੀ ਭਾਨੀਆਂ, ਹੁਣ ਫੋਨਾਂ ਤੇ ਮਾਰ ਦਿੰਦੀ ਆ ਦੁਨੀਆ। ਕੰਮ ਤਾਂ ਹੈਗਾ ਉਹ ਜਿਹਾ ਹੀ। ਤੇ ਅੱਗੇ ਇਸ ਤਰ੍ਹਾਂ ਹੁੰਦਾ, ਉਹ ਕਹਾਣੀਆਂ ਜਿਹੀਆਂ ਬਣੀਆਂ, ਗੱਲਾਂ ਬਾਤਾਂ ਵੀ ਭਾਨੀ ਮਾਰਨ ਵਾਲੀ ਹੁੰਦੀ ਸੀ। ਕਿਸੇ ਮੁੰਡੇ ਦਾ ਸੀ ਮੰਗਣਾ ਹੋਣ ਲੱਗਿਆ, ਕੁੜੀ ਵਾਲੇ ਆ ਗਏ ਸ਼ਗਨ ਪਾਉਣ। ਉਹਨੇ ਸਾਰਿਆਂ ਨੇ ਨਿਗਾਹ ਰੱਖੀ ਵੀ ਉਹ ਨਾ ਆ ਜੇ, ਉਹ ਫਲਾਨਿਆਂ ਦੀ ਬੁੜੀ ਹੈ, ਜੇ ਉਹ ਆ ਗਈ ਨਾ ਉਹਨੇ ਕੁਛ ਨਾ ਕੁਛ ਕਹਿ ਜਾਣਾ। ਚਲੋ ਜੀ ਐਨ ਗੱਲ ਨਿਬੜਦੀ ਤੇ ਸ਼ਗਨ ਪੈ ਗਿਆ। ਸ਼ਗਨ ਪੈਣ ਲੱਗ ਗਿਆ। ਮੇਨ ਪਹਿਲਾਂ ਪਰਿਵਾਰਾਂ ਨੇ ਪਾਤਾ, ਉਦੋਂ ਨੂੰ ਆ ਗਈ ਉਹ। ਫਿਰ ਵੀ ਡਰ ਗਏ ਵੀ ਆ ਗਈ ਹੁਣ
ਕੋਈ ਨਾ ਕੋਈ ਕਹੂਗੀ ਵਿੱਚ। ਕਹਿੰਦੇ ਚੱਲ ਕੋਈ ਨਹੀਂ, ਹੁਣ ਤਾਂ ਕੰਮ ਨਿਬੜ ਗਿਆ, ਹੁਣ ਕੀ ਕਹਿ ਦੂਗੀ, ਤੇ ਬਾਕੀ ਆਪਣੇ 'ਚ ਕੀ ਕਮੀ ਹੈ। ਤੇ ਉਹ ਆਈ ਸਾਰਾ ਕੁਛ, ਤੇ 10 ਰੁਪਏ ਜਾਂ ਉਦੋਂ ਤਾਂ ਪਤਾ ਨਹੀਂ ਥੋੜੇ ਹੀ ਹੋਣੇ ਆ, ਅੱਜ ਦੇ ਹਿਸਾਬ ਨਾਲ ਥੋੜੇ ਜਿਹੇ ਪੈਸੇ ਰੱਖੇ ਝੋਲੀ 'ਚ, ਚੰਗੀ ਤਰ੍ਹਾਂ ਸਿਲ ਪਰੋਸ ਕੇ ਕਹਿੰਦੀ ਵਾਹ ਪੁੱਤ ਜਿਉਂਦਾ ਰਹਿ, ਬਹੁਤ ਭਾਗ ਲੱਗੇ, ਬਹੁਤ ਸੋਹਣਾ ਸੁਨੱਖਾ, ਬਹੁਤ ਸੋਹਣਾ ਪਰਿਵਾਰ ਮਿਲਿਆ ਤੈਨੂੰ, ਧੰਨ ਹੈ ਜਿਹੜੇ ਤੈਨੂੰ ਇੱਥੇ ਭਾਈ ਆ ਗਏ। ਚਲੋ ਧੰਨਵਾਦ ਹੈ ਕੁੜੀ ਵਾਲਿਆਂ ਦਾ। ਮੁੰਡੇ ਨੂੰ ਉਦੋਂ ਇਹੋ ਜਿਹੇ ਸਮੇਂ ਹੁੰਦੇ ਸੀ, ਮਸਾਂ ਲੋਕਾਂ ਦੇ ਵਿਆਹ ਸ਼ਾਦੀ ਹੁੰਦੇ ਸੀ, ਕਰਦੀ ਕਲਾਉਂਦੀ ਚੱਲ ਪੁੱਤ ਮਹਾਰਾਜ ਹੁਣ ਕਿਰਪਾ ਕਰੇ ਤੇਰੇ ਤੇ, ਜਿਵੇਂ ਤੇਰਾ ਮੰਗਣਾ ਹੋ ਗਿਆ ਉਵੇਂ ਮਿਰਗੀ ਵੀ ਹਟ ਜੇ। ਤੇ ਉਹ ਸਾਰਿਆਂ ਦੇ ਰੌਲਾ ਪਵਾਤਾ, ਕਹਿੰਦੇ ਇਹ ਤਾਂ ਮਿਰਗੀ ਹੁੰਦੀ ਐ ਇਹਨੂੰ ਤਾਂ, ਤੇ ਵਿੱਚੇ ਹੀ ਕੰਮ ਰਹਿ ਗਿਆ। ਇਸ ਤਰ੍ਹਾਂ ਦਾ ਕਹਿਣ ਦਾ ਭਾਵ ਹੈ ਵੀ 10-15 ਸਿਫਤਾਂ ਕਰ ਕਰਕੇ ਤੇ ਬਾਅਦ ਚ ਕਹਿਣਾ ਪਰ, ਤੇ ਲਓ ਇੱਥੋਂ ਕੰਮ ਖਰਾਬ ਹੋ ਗਿਆ ਜਦੋਂ ਪਰ ਕਹਿਤਾ। ਇਹ ਵੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਹੈ ਆਪਣਾ ਭਰਾ, ਗੁਰੂ ਕਾ ਸਿੱਖ ਹੈ, ਸਿੰਘ ਹੈ, ਬਹਾਦਰ ਵੀਰ ਹੈ, ਪੰਥ ਖਾਲਸੇ ਦੀ ਅਣਖ ਇੱਜ਼ਤ ਹੈ। ਪਰ ਅੱਗੇ ਲਿਖਤਾ ਪਰ ਜਹ ਪੁਨ ਪੁਨ ਲੈ ਦਲ ਕਾਦਰ, ਪਰ ਆਪਣਾ ਬਲਵਾਨ ਆਪਣਾ ਤਾਕਤਵਰ ਦਲ ਲੈ ਕੇ ਬਾਰ-ਬਾਰ ਉਮੜ ਉਮੜ ਆਵਤ ਸਮਬਾਦਰ, ਜਿਵੇਂ ਬੱਦਲ ਚੜ ਕੇ ਆਉਂਦਾ, ਇਹ ਸਾਡੇ ਤੇ ਚੜ ਕੇ ਬਾਰ-ਬਾਰ ਆਉਂਦਾ ਹੈ। ਤੇਜ ਬੀਜਰੀ ਸਾਹਸ ਗੋਲੇ, ਕਹਿੰਦੇ ਤੇਜ ਪ੍ਰਤਾਪ ਰੂਪੀ ਬਿਜਲੀ ਹੈ, ਤੇ ਸਾਹਸ ਗੋਲੇ ਹੱਠ ਰੂਪੀ ਉਹਦੇ ਵਿੱਚ ਗੋਲੇ ਗੜੇ ਹਨ। ਮਤ ਕਿਤ ਢਾਰ ਕਰੇ ਹਮ ਪੋਲੇ, ਮਤਾ ਕਿਤੇ ਉਹ ਗੜੇ ਸੱਟ ਕੇ, ਭਾਵ ਆਪਣਾ ਸਾਹਸ ਆਪਣਾ ਹੱਠ ਕਰਕੇ ਜਾਂ ਆਪਣੇ ਤੇਜ ਪ੍ਰਤਾਪ ਦੀ ਬਿਜਲੀ ਸੁੱਟ ਕੇ ਸਾਨੂੰ ਪੋਲੇ ਕਰ ਦੇਵੇ, ਕਮਜ਼ੋਰ ਕਰ ਦੇਵੇ। ਏਕ ਬਾਰ ਗੁਰ ਪਤ ਰੱਖ ਦੀਨੀ, ਉਹ ਇੱਕ ਵਾਰੀ ਗੁਰੂ ਨੇ ਪਤ ਰੱਖਤੀ, ਭਰੋਸਾ ਨਾ ਰਿਹਾ ਉਸ ਸਮੇਂ ਤੇ ਗੁਰੂ ਤੇ, ਵੀ ਗੁਰੂ ਦੇ ਜੇ ਗੁਰੂ ਨੇ ਬਖਸ਼ੀਆਂ ਰਿਆਸਤਾਂ ਤੁਸੀਂ ਮਹਾਰਾਜ ਤੇ ਭਰੋਸਾ ਰੱਖੋ। ਇੱਕ ਵਾਰੀ ਗੁਰੂ ਨੇ ਕਹਿੰਦੇ ਆਪਣੀ ਪਤ ਰੱਖ ਦਿੱਤੀ, ਫੇਰ ਕਿੰਨੀ ਕੁ ਵਾਰ ਹੋਵੇਗਾ। ਫਤਿਹ ਦਿਲਾਈ ਹਮਕੋ ਪੀਨੀ, ਜਿਹੜੀ ਸਾਨੂੰ ਚੰਗੀ ਤਕੜੀ ਫਤਿਹ ਦਵਾ ਦਿੱਤੀ। ਆਵਨ ਉਸ ਕਾ ਬਾਰੀ ਬਾਰੀ, ਪਰ ਦੇਖ ਲਿਓ ਮਹਾਰਾਜੇ ਰਣਜੀਤ ਸਿੰਘ ਦਾ ਆਉਣਾ ਬਾਰ-ਬਾਰ ਹੋਵੇਗਾ। ਇੱਕ ਦਿਨ ਹਮਰੀ ਕਰੇ ਖੁਆਰੀ, ਇੱਕ ਦਿਨ ਉਹਨੇ ਸਾਨੂੰ ਖੁਆਰ ਕਰਨਾ ਹੈ। ਨੀਤ ਅਨੀਤੀ ਆਪਨ ਪਰਾਇਆ, ਕਹਿੰਦੇ ਜਿਹੜੀ ਰਾਜਨੀਤੀ ਹੈ ਨਾ, ਇੱਕ ਗੱਲ ਜਾਦੂ ਇਹ ਨਾ ਦੇਖੀ ਚਲੋ ਇਹ ਆਪਣਾ ਹੈ। ਰਾਜਨੀਤੀ, ਨੀਤ ਅਨੀਤੀ, ਰਾਜਨੀਤੀ ਨੀਤੀ ਤੇ ਇਨਸਾਫ ਤੇ ਬੇਇਨਸਾਫੀ, ਜਾਂ ਆਪਣਾ ਤੇ ਪਰਾਇਆ। ਨਾ ਪਛਾਨਤ ਵਹਿ ਫਿਰ ਆਇਆ, ਉਹ ਨਹੀਂ ਪਛਾਣਦਾ ਹੈ, ਉਹ ਫਿਰ ਆ ਜਾਂਦਾ ਹੈ। ਮਤ ਕਿਤ ਕਰਕੇ ਅਧਿਕ ਖਰਾਬੀ, ਕਹਿੰਦੇ ਮਤਾ ਕਿਤੇ ਬਹੁਤੀ ਸਾਨੂੰ ਖਰਾਬੀ ਕਰੇ। ਬਨ ਹੈ ਫਿਰ ਨਾ ਉਪਾਏ ਸ਼ਤਾਬੀ, ਫਿਰ ਨਾ ਕਿਤੇ ਉਹ ਬਨ ਹੈ ਫਿਰ ਨਾ ਉਪਾਏ ਸ਼ਤਾਬੀ, ਸ਼ਤਾਬ ਜਿਹੜਾ ਹੈ ਭਾਵ ਫਤਿਹ ਦਲਾਈ। ਮਤ ਕਿਤ ਸ਼ਤਾਬੀ, ਕਿਤੇ ਐਸਾ ਨਾ ਹੋਵੇ ਫੇਰ ਉਹ ਛੇਤੀ ਕੋਈ ਉਪਾਅ ਇਹੋ ਜਿਹਾ ਕਰ ਲਵੇ, ਚੜ ਕੇ ਆ ਜੇ। ਕਿਆ ਸੋਨਾ ਜੋ ਕੰਨ ਦੁਖਾਵੇ, ਤੇ ਲੋਕਾਂ ਦੀ ਕਹਾਵਤ ਹੈ ਭੱਠ ਪਏ ਸੋਨਾ ਜੋ ਕੰਨਾਂ ਨੂੰ ਖਾਵੇ। ਇਹ ਫਾਇਦਾ ਕੀ ਹੈ, ਚਾਹੇ ਹੈ ਤਾਂ ਆਪਦਾ। ਇਹੋ ਜਿਹੀਆਂ ਗੱਲਾਂ ਕਹਿਣ ਲੱਗੇ ਜਿਹੜੇ ਅਮੀਰ ਵਜ਼ੀਰ ਸਨ, ਉਹਨਾਂ ਦੇ ਸਲਾਹਾਂ ਦੇਣ ਲੱਗੇ ਰਾਜਿਆਂ ਨੂੰ। ਕਹਿੰਦੇ ਉਹ ਸੋਨੇ ਦਾ ਕੀ ਫਾਇਦਾ ਜਿਹੜਾ ਕੰਨਾਂ ਨੂੰ ਹੀ ਦੁਖੀ ਕਰੇ। ਕਿਆ ਆਪਨ ਜੋ ਆਪਨ ਸੰਤਾਵੈ, ਫਿਰ ਉਹ ਆਪਣਾ ਕਾਹਦਾ ਜਿਹੜਾ ਆਪਣਿਆਂ ਨੂੰ ਦੁਖੀ ਸੰਤਾਉਂਦਾ ਹੈ। ਜੋ ਕੰਚਨ ਕੀ ਹੋਏ ਕਟਾਰੀ, ਤੇ ਉਦਾਹਰਨ ਕੀ ਦਿੱਤੀ, ਜੇ ਸੋਨੇ ਦੀ ਕਟਾਰ ਹੋਵੇ, ਸੋਨੇ ਦੀ ਕਟਾਰ ਹੈ, ਤੋ ਕਿਆ ਚਾਹੀਏ ਨਿਜ ਉਰ ਮਾਰੀ, ਤੇ ਸੋਨੇ ਦੀ ਕਟਾਰ ਹੈ, ਫਿਰ ਕਿਹੜਾ ਭਲਾ ਕੋਈ ਆਪਣੀ ਛਾਤੀ 'ਚ ਮਾਰ ਲੈਂਦਾ ਉਸ ਨੂੰ, ਕੌਣ ਚਾਹੁੰਦਾ ਹੈ। ਫਿਰ ਕੀ ਅਸੀਂ ਚਾਹੀਏ ਉਹ ਛਾਤੀ 'ਚ ਮਾਰ ਦਈਏ। ਹੈ ਕਹਿ ਨਾਵਨ ਜਹ ਜਗ ਜਾਹਰ, ਕਹਿੰਦੇ ਇਹ ਜਿਹੜੀਆਂ ਕਹਾਵਤਾਂ ਨੇ ਇਹ ਸਾਰੇ ਜਗਤ ਦੇ ਵਿੱਚ ਜ਼ਾਹਰ ਪ੍ਰਤੱਖ ਹਨ। ਮਹਾਂ ਮਝਾਰ ਜੱਟ ਮੱਛ ਨਾਹਰ,
ਕਹਿੰਦੇ ਮਹਿ ਇੱਕ ਤਾਂ ਮਹਿ ਹੁੰਦਾ ਹੈ ਤੇ ਇੱਕ ਮਝਾਰ ਨਾਮ ਹੈ। ਇੱਥੇ ਮਾਜ਼ਾਰ ਗੁਰਬਾਣੀ ਵਿੱਚ ਸ਼ਬਦ ਲਿਖਿਆ ਹੋਇਆ। ਇਹਦਾ ਅਰਥ ਹੈ ਬਿੱਲਾ। ਜੱਟ ਮੱਛ ਨਾਹਰ, ਮੱਛ ਹੋਇਆ ਤੇ ਇੱਕ ਨਾਹਰ ਸ਼ੇਰ ਨੂੰ ਕਹਿੰਦੇ ਹਨ। ਜਹ ਜਬ ਪ੍ਰਬਲ बढ़त ਜਗ ਮੈਂ ਹੈ, ਤੇ ਇਹ ਜਦੋਂ ਕਹਿੰਦੇ ਤਾਕਤਵਰ ਹੋ ਜਾਂਦੇ ਜਗਤ ਵਿੱਚ, ਪ੍ਰਬਲ ਹੋ ਜਾਂਦੇ, ਵੱਧ ਜਾਂਦੇ ਹਨ। ਨਿਜ ਹੀ ਕੁੱਲ ਕੋ ਗਾਰਨ ਚਹਿ, ਇਹ ਸਾਰੇ ਆਪਣੀ ਕੁੱਲ ਨੂੰ ਹੀ ਗਾਲਣਾ ਚਾਹੁੰਦੇ ਹਨ। ਪੁਨ ਸੁਭਾਵ ਸਿੰਘ ਸਾਹਿਬ ਜੀ ਕੋ, ਇਹੀ ਕਹਿੰਦੇ ਸੁਭਾਅ ਜਿਹੜਾ ਹੈ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ ਹੈ। ਨਹਿ ਅਹਿਦ ਪਾਲ ਹੈ ਨੀਕੋ, ਉਹ ਕਹਿੰਦੇ ਉਹਦਾ ਸੁਭਾਅ ਇਹੋ ਜਿਹਾ, ਉਹ ਅਹਿਦ ਪਾਲ ਨਹੀਂ ਹੈ, ਚੰਗੀ ਤਰ੍ਹਾਂ ਇਕਰਾਰ ਤੇ ਪੱਕਾ ਰਹਿਣ ਵਾਲਾ ਨਹੀਂ। ਇਹੋ ਜੀ ਸਿੱਖਿਆ ਰਾਜਿਆਂ ਨੂੰ ਦੇ ਰਹੇ ਹਨ। ਦੋਹਰਾ ਲਵਪੁਰ ਪਤ ਕੇ ਦੋਖ ਗੁਣ, ਜਾ ਬਿਦ ਭਲੇ ਸੁਨਾਏ। ਇਸ ਤਰ੍ਹਾਂ ਲਵਪੁਰ ਮਹਾਰਾਜਾ ਰਣਜੀਤ ਸਿੰਘ ਦੇ ਇਹ ਦੋਸ਼ ਗੁਣ ਗਿਣ ਕੇ ਚੰਗੀ ਤਰ੍ਹਾਂ ਸੁਣਾਏ। ਅੰਗਰੇਜ਼ਨ ਕੇ ਦੋਖ ਗੁਣ, ਲੱਗੇ ਕਹਿਣ ਬਹੁ ਪਾਏ। ਹੁਣ ਉਹ ਅੰਗਰੇਜ਼ਾਂ ਦੇ ਵੀ ਦੋਖ ਹੈ ਜਿਹੜੇ ਬਹੁਤ ਤਰ੍ਹਾਂ ਨਾਲ ਕਹਿਣ ਲੱਗੇ ਹਨ। ਚੌਪਈ ਪਾਤਸ਼ਾਹੀ ਅੰਗਰੇਜ਼ ਬਹਾਦਰ, ਕਹਿੰਦੇ ਵੀ ਜਿਹੜੇ ਹੁਣ ਦੂਜੇ ਪਾਸੇ ਅੰਗਰੇਜ਼ ਹੈ, ਅੰਗਰੇਜ਼ਾਂ ਦੀ ਪਾਤਸ਼ਾਹ ਉਹ ਵੀ ਬਹਾਦਰ ਹਨ। ਹੈ ਵੱਡ ਪੁਸ਼ਤ ਬਪੁਸ਼ਤੀ ਨਾਦਰ, ਉਹ ਦੇਖੋ ਪੀੜ੍ਹੀ ਦਰ ਪੀੜ੍ਹੀ ਤੋਂ ਨਾਦਰ ਕਹੀਏ ਬੜੇ ਅਨੋਖੇ ਗੁਣਾਂ ਵਾਲੇ ਹਨ। ਇੰਗਲਿਸਤਾਨ ਬਲਾਇਤ ਤੈ ਚੱਲ, ਉਹ ਇੰਗਲਿਸਤਾਨ ਇੰਗਲੈਂਡ ਦੀ ਧਰਤੀ ਬਲਾਇਤ ਤੋਂ ਚੱਲ ਕਰਕੇ ਆਪਣੇ ਦੇਸ਼ ਤੋਂ ਹਿੰਦੁਸਤਾਨ ਮੁਲਕ ਲੀਨੋ ਭਲ, ਉਹਨਾਂ ਨੇ ਦੇਖੋ ਹਿੰਦੁਸਤਾਨ ਮੁਲਕ ਆਪਣੇ ਹੌਲੀ ਹੌਲੀ ਕਬਜ਼ੇ 'ਚ ਕਰ ਲਿਆ। ਫਿਰ ਜੈ ਬਾਦਸ਼ਾਹੇ ਵੱਡ ਭਾਰੀ, ਫਿਰ ਉਹਨਾਂ ਦੀ ਹੁਣ ਬਾਦਸ਼ਾਹ ਜਿਹੜੀ ਸ਼ਾਹਤ ਹੈ ਨਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਮੁਕਾਬਲੇ ਵੱਡੀ ਹੈ। ਫਿਰ ਜੈ ਬਾਦਸ਼ਾਹੇ ਅਤ ਵੱਡ ਭਾਰੀ, ਵੀ ਵੱਡੀ ਬਾਦਸ਼ਾਹੀ ਹੈ। ਕਹਿਣ ਦਾ ਭਾਵ ਸੀ ਉਹ ਕਹਿੰਦੇ ਇੱਕ ਪਾਸੇ, ਕਿਉਂਕਿ ਉਹ ਸਮਾਂ ਸੀ ਬਾਕੀ ਰਿਆਸਤਾਂ ਗੁਰਮੁਖੋ ਅਧੀਨ ਕਰ ਲੀਆਂ ਸੀ ਅੰਗਰੇਜ਼ਾਂ ਨੇ। ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਇਹ ਹੌਲੀ ਹੌਲੀ ਹੋਇਆ, ਉਹ ਵੀ ਕੋਈ ਸੌਖਾ ਨਹੀਂ। ਆਪਾਂ ਗੱਲ ਕੀਤੀ ਸੀ ਕਿਵੇਂ ਮਹਾਰਾਜਾ ਦਲੀਪ ਸਿੰਘ ਤੱਕ, ਭਾਵੇਂ ਕਿ ਅੰਗਰੇਜ਼ ਉਦੋਂ ਇੱਥੇ ਸੀ, ਮਹਾਰਾਜਾ ਖੜਕ ਸਿੰਘ ਰਾਜਾ ਬਣਿਆ, ਸ਼ੇਰ ਸਿੰਘ ਹੋਣੀ ਬਣੇ, ਕਿਵੇਂ ਅੰਗਰੇਜ਼ਾਂ ਨੇ ਕਿ ਹੌਲੀ ਹੌਲੀ ਉਹ ਖਤਮ ਕਰਾਏ। ਡੋਗਰਿਆਂ ਨੂੰ, ਧਿਆਨ ਸਿੰਘ ਡੋਗਰੇ ਨੂੰ ਜਾਂ ਹੋਰ ਇਹੋ ਜਿਹਿਆਂ ਨੂੰ ਵਿੱਚੋਂ ਤੋੜਿਆ। ਜੰਮੂ ਵਾਲੇ ਜਿਹੜੇ ਸਨ, ਆ ਜਿਹੜੀ ਹੁਣ ਕਹਿੰਦੇ ਜੰਮੂ ਰਿਆਸਤ ਸੀ, ਇਹਨਾਂ ਨੇ ਸਿੱਖ ਰਿਆਸਤਾਂ ਨੇ ਕਦੇ ਥੋੜੀ ਕੀਤੀ ਹੈ। ਜਿਹੜੀ ਜੰਮੂ ਰਿਆਸਤ ਦੇ ਹੁਣ ਤੱਕ ਰਾਜੇ ਨੇ, ਇਹ ਗਦਾਰ ਨੇ ਉਦੋਂ ਦੇ ਬਣੇ ਹੋਏ ਆ, ਤੇ ਹੁਣ ਤਾਂ ਸਰਕਾਰ ਨੇ ਉਹ ਖਤਮ ਹੀ ਕਰਤੀ, ਰਿਆਸਤ ਹੀ ਖਤਮ ਕਰਤੀ। ਤੇ ਉਹ ਤਾਂ ਸਾਰਾ ਹੁਣ ਉਸ ਨੂੰ ਬਣਾ ਹੀ ਦਿੱਤਾ, ਕੇਂਦਰ ਸ਼ਾਸਤ ਪ੍ਰਦੇਸ਼ ਹੀ ਬਣਾਤਾ, ਸਰਕਾਰਾਂ ਹੀ ਖਤਮ ਕਰਤੀਆਂ ਉੱਥੋਂ। ਸਮਿਆਂ ਨਾਲ ਦੇਖੋ ਜਿਹਦਾ ਰਾਜ ਹੁੰਦਾ ਕੀ ਕੀ ਕੁਛ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਨੇ ਗਦਾਰੀਆਂ ਕੀਤੀਆਂ। ਮਹਾਰਾਜਾ ਦਲੀਪ ਸਿੰਘ ਤੱਕ ਫਿਰ ਰਾਜ ਰਿਹਾ। ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਸਾਈ ਬਣਾਇਆ, ਹੌਲੀ ਹੌਲੀ ਕਿਵੇਂ ਖਤਮ ਕਰਕੇ ਅੰਗਰੇਜ਼ਾਂ ਨੇ। ਮਹਾਰਾਣੀ ਜਿੰਦ ਕੌਰ ਦੇਖਿਆ, ਇਹ ਕੋਈ ਆਵਾਜ਼, ਇਹਨੂੰ ਗ੍ਰਿਫਤਾਰ ਕਰ ਲਿਆ। ਬਹੁਤ ਕੁਛ ਕੀਤਾ, ਜਿੰਨਾ ਛਾਲ ਕਪਟ ਫਰੇਬ ਧੋਖਾ ਸਿੱਖ ਕੌਮ ਨਾਲ ਜਿੱਥੇ ਤੁਰਕਾਂ ਨੇ ਵੀ ਕੀਤਾ, ਉੱਥੇ ਅੰਗਰੇਜ਼ਾਂ ਨੇ ਉਦੋਂ ਪੁੱਜ ਕੇ ਕੀਤਾ ਹੈ, ਥੋੜਾ ਨਹੀਂ ਕੀਤਾ ਹੈ। ਪਰ ਉਹ ਵਿਚਾਰ ਆ ਉਸ ਗੱਲ ਤੇ ਕਿ ਇਹ ਹੁਣ ਗੱਲਾਂ ਕਰਦੇ ਨੇ ਕਿ ਜਿਹੜੇ ਅੰਗਰੇਜ਼ ਨੇ ਫਿਰ ਜੈ ਬਾਦਸ਼ਾਹੇ ਵੱਡ ਭਾਰੀ, ਵੱਡੀ ਉਹਨਾਂ ਦੀ ਬਾਦਸ਼ਾਹੀ ਹੈ। ਵੀਰ ਬਾਂਕੁਰੇ ਬਲੀ ਅਪਾਰੀ, ਫਿਰ ਉਹ ਚੰਗੇ ਯੋਧੇ ਨੇ, ਬੜੇ ਬਲ ਵਾਲੇ ਹਨ। ਪ੍ਰਗਟ ਪ੍ਰਤਾਪੀ ਗੁਣ ਗਨ ਗੀਰੇ, ਬਹੁਤ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਆ, ਬੜੇ ਜਿਹੜੇ ਨੇ ਪ੍ਰਤੱਖ ਪ੍ਰਤਾਪ ਵਾਲੇ ਹਨ। ਪੁੰਨਵਾਨ ਦਿਲ ਧੀਰਗ ਧੀਰੇ, ਇੱਥੇ ਹੁਣ ਅੰਗਰੇਜ਼ਾਂ ਦੀਆਂ ਵਡਿਆਈਆਂ ਕਰੀ ਜਾਂਦੇ ਹੋ, ਕਹਿੰਦੇ ਹੈ ਵੀ ਪੁੰਨਵਾਨ ਬੰਦੇ ਆ, ਵੱਡੇ ਦਿਲ ਵਾਲੇ, ਧੀਰੇ ਨੇ, ਧੀਰਜ ਰੱਖਣ ਵਾਲੇ ਹਨ। ਰਿਪ ਗਣ ਭੰਜਕ ਪ੍ਰਬਲਮ ਵਾਸੀ, ਇਹ ਵੀ ਗੱਲ ਹੈ, ਜਿਹੜੇ ਕੋਈ ਭਾਵੇਂ ਵੱਡੇ ਤੋਂ ਵੱਡੇ ਬਲ ਵਾਲੇ ਕੋਈ ਆਕੀ ਹੋ ਜਾਣ, ਉਹਨਾਂ ਬੈਰੀਆਂ ਦਾ ਨਾਸ਼ ਕਰਨ ਵਾਲੇ। ਰੂਪ ਅਨੂਪ ਸੁਦੇਸ਼ ਨਿਵਾਸੀ,
ਫਿਰ ਇਸ ਤਰ੍ਹਾਂ ਕਹਿੰਦੇ ਭਾਈ ਰੂਪ ਅਨੂਪ ਬੜੇ ਸੋਹਣੇ ਰੂਪਾਂ ਵਾਲੇ ਹੈ, ਅਨੂਪਮ ਉਹਨਾਂ ਦੀ ਵਡਿਆਈ ਹੈ। ਇਸ ਤਰ੍ਹਾਂ ਸੁਦੇਸ਼ ਆਪਣੇ ਦੇਸ਼ ਦੇ ਜਿੱਥੋਂ ਦੇ ਰਹਿਣ ਵਾਲੇ ਹਨ, ਉਹ ਦੇਸ਼ ਬੜਾ ਸੋਹਣਾ ਹੈ, ਵਡਿਆਈਆਂ ਕਰਨ ਲੱਗੇ ਇਹ ਉਹ ਤਾਂ ਬਹੁਤ ਚੰਗਾ ਦੇਸ਼ ਦੇ ਵਾਸੀ ਹੈ। ਆਲਮ ਆਕਲ ਫਾਜ਼ਲ ਐਸੇ, ਫਿਰ ਇੰਨੇ ਪੜ੍ਹੇ ਲਿਖੇ ਵੱਡੀ ਅਕਲ ਵਾਲੇ ਆਲਮ ਫਾਜ਼ਲ, ਫਾਜ਼ਲ ਨਾਮ ਬਜ਼ੁਰਗ ਦਾ ਵੀ ਹੈ, ਫਾਜ਼ਲ ਨਾਮ ਸਿਆਣੇ ਦਾ ਵੀ ਹੈ, ਇਸ ਤਰ੍ਹਾਂ ਦੇ ਨੇ। ਭਇਓ ਨਾ ਕੋ ਹੋਇਆ ਹੈ ਜੈਸੇ, ਉਹਨਾਂ ਵਰਗਾ ਕੋਈ ਨਹੀਂ ਹੈ ਜਿਹੋ ਜਿਹੇ ਉਹ ਹਨ। ਆਮ ਤੌਰ ਤੇ ਹੁਣ ਆਪਣੇ ਇੱਥੇ ਜਿਹੜੇ ਵਿਦੇਸ਼ ਗਏ, ਹੁਣ ਤਾਂ ਬਹੁਤ ਦੁਨੀਆ ਚਲੀ ਗਈ ਹੈ, ਕੋਈ ਘਰ ਨਹੀਂ ਰਿਹਾ। ਤੇ ਪਹਿਲਾਂ ਆਪਾਂ ਇਹ ਸਮਝਦੇ ਨੇ ਅੰਗਰੇਜ਼ ਪੜ੍ਹੇ ਲਿਖੇ ਬਾਹਲੇ ਆ, ਕਾਰਨ ਕੀ, ਸਿਰਫ ਉਹਨਾਂ ਨੂੰ ਅੰਗਰੇਜ਼ੀ 'ਚ ਗੱਲ ਕਰਨੀ ਆਉਂਦੀ, ਉਹਨਾਂ ਦੀ ਮਾਤ ਭਾਸ਼ਾ ਉਹਨਾਂ ਨੇ ਤਾਂ ਗੱਲ ਕਰਨੀ ਸੁਭਾਵੇ ਕੀ ਹੈ। ਤੇ ਆਪਾਂ ਨੂੰ ਲੱਗਦਾ ਹੁੰਦਾ ਸੀ ਵੀ ਸਾਨੂੰ ਪੰਜਾਬੀ ਆਉਂਦੀ ਹੈ, ਤੇ ਇਸ ਕਰਕੇ ਬਈ ਉਹ ਅੰਗਰੇਜ਼ੀ ਜਾਣਦੇ ਆ। ਕਹਿੰਦੇ ਕੋਈ ਬੈਠੇ ਸੀਗੇ ਚੌਂਕ ਦੇ ਵਿੱਚ ਸਿਆਣੇ ਬੰਦੇ, ਤੇ ਇੱਕ ਅੰਗਰੇਜ਼ ਆਇਆ, ਉਹਨੇ 4 ਭਾਸ਼ਾਵਾਂ ਸਿੱਖੀਆਂ ਹੋਈਆਂ ਸੀ। ਉਹਨੂੰ ਪੁੱਛਣਾ ਸੀ ਰਾਹ ਰਸਤਾ, ਉਹਨੇ ਪਹਿਲਾਂ ਅੰਗਰੇਜ਼ੀ 'ਚ ਪੁੱਛਿਆ। ਬਜ਼ੁਰਗ ਬੈਠੇ ਸੀ 2-3 ਸਿਆਣੇ, ਜਦੋਂ ਅੰਗਰੇਜ਼ੀ 'ਚ ਪੁੱਛਣ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਉਹਨਾਂ ਨੇ ਹੱਥ ਮਾਰਤਾ ਵੀ ਸਾਡੇ ਪੱਲੇ ਨਹੀਂ ਕੁਛ ਪੈਂਦਾ। ਤੇ ਉਹਨੇ ਅੰਗਰੇਜ਼ੀ ਭਾਸ਼ਾ ਛੱਡੀ ਤੇ ਕੋਈ ਹੋਰ ਭਾਸ਼ਾ ਜਿਵੇਂ ਫ੍ਰੈਂਚ ਵਗੈਰਾ ਹੈ ਉਹ ਭਾਸ਼ਾ ਬੋਲੀ, ਉਹਨਾਂ ਦੇ ਫੇਰ ਨਾ ਪੱਲੇ ਪਿਆ। ਉਹ ਜਿਹੜੀ ਹੋਰ ਭਾਸ਼ਾ ਜਾਣਦਾ ਸੀ ਤੀਜੀ ਉਹ ਵੀ ਬੋਲੀ, ਤੀਜੀ ਭਾਸ਼ਾ ਇੱਕ ਫੇਰ ਨਾ ਪੱਲੇ ਪਿਆ, ਕਹਿੰਦੇ ਨਾ। ਚੌਥੀ ਭਾਸ਼ਾ 'ਚ ਉਹਨੇ ਗੱਲ ਕੀਤੀ ਜਿਹੜੀ ਜਾਣਦਾ ਸੀ। ਹੁਣ ਇਹ ਪੰਜਾਬੀ ਜਾਣਦੇ ਸੀ, ਇਸ ਕਰਕੇ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ। ਗੱਲ ਤਾਂ ਆਪਾਂ ਨੂੰ ਲੱਗਦਾ ਆਪਾਂ ਉਹਨਾਂ ਮੂਹਰੇ ਅਨਪੜ੍ਹ, ਉਹ ਤਾਂ ਆਪਣੇ ਮੂਹਰੇ ਜਦੋਂ ਆਪਣੀ ਭਾਸ਼ਾ ਉਹਨਾਂ ਨੂੰ ਨਹੀਂ ਆਉਂਦੀ, ਆਪਾਂ ਨੂੰ ਉਹਨਾਂ ਨੇ ਆਉਂਦੀ, ਇੱਕੋ ਜਿਹੀ ਆ। ਇਹ 'ਚ ਫਰਕ ਤਾਂ ਕੋਈ ਨਹੀਂ, ਲੇਕਿਨ ਸਾਨੂੰ ਐਂ ਲੱਗਦਾ ਉਹ 4 ਭਾਸ਼ਾਵਾਂ ਜਾਣਦਾ ਤੇ ਆੜ ਕੇ ਅੱਕ ਕੇ ਚਲਿਆ ਗਿਆ। ਸਿਆਣੇ ਬੱਤੇ ਬਜ਼ੁਰਗ ਜਿਹੜੇ ਸਾਨੂੰ ਬੈਠੇ ਕਹਿੰਦੇ ਵੀ ਇਹ ਵੀ ਮਾੜੀ ਗੱਲ ਹੈ, ਬੰਦਾ ਅਨਪੜ੍ਹ ਵੀ ਨਹੀਂ ਹੋਣਾ ਚਾਹੀਦਾ, ਕੋਈ ਨਾ ਕੋਈ ਭਾਸ਼ਾ ਤਾਂ ਸਿੱਖਣੀ ਚਾਹੀਦੀ ਹੈ। ਦੇਖੋ ਵੀ ਆਪਾਂ ਨੂੰ ਰਾਹ ਪਤਾ ਨਹੀਂ ਕੀ ਉਹ ਗੱਲ ਕਰਦਾ, ਉਹ ਪੁੱਛਿਆ ਤਾਂ ਉਹਨੇ ਰਾਹ ਸੀ, ਹੁਣ ਉਹਨਾਂ ਨੂੰ ਕੀ ਪਤਾ ਹੈ ਵੀ ਰਾਹ ਪੁੱਛਦਾ ਹੈ ਕਿ ਕੀ ਕਹਿੰਦਾ, ਜੀ ਐਨ ਨੂੰ ਕਹਿੰਦਾ, ਭਾਵੇਂ ਗਾਲਾਂ ਕੱਢਦਾ, ਜੇ ਭਾਸ਼ਾ ਦਾ ਹੀ ਨਹੀਂ ਪਤਾ ਕੁਛ ਕਰੀ ਚੱਲੇ। ਕਹਿੰਦੇ ਬੰਦੇ ਨੂੰ ਕੋਈ ਨਾ ਕੋਈ ਭਾਸ਼ਾ ਤਾਂ ਸਿੱਖਣੀ ਚਾਹੀਦੀ ਹੈ, ਜ਼ਿੰਦਗੀ 'ਚ ਕੰਮ ਆ ਜਾਂਦੀ ਹੈ। ਇੱਕ ਉੱਥੇ ਹੋਰ ਬੈਠਾ ਸੀ ਸਿਆਣਾ, ਉਹ ਕਹਿੰਦਾ ਜਿਹੜਾ ਆਪਣੇ ਕੋਲੋਂ ਗਿਆ ਇਹਨੇ 4 ਸਿੱਖੀਆਂ ਹੋਈਆਂ, ਇਹਦੇ ਕੀ ਕੰਮ ਆਈ ਇੱਥੇ। ਇਸੇ ਦਾ ਜੇ ਪੰਜਾਬੀ 'ਚ ਪੁੱਛਦਾ ਤਾਂ ਆਪਾਂ ਦੱਸ ਦਿੰਦੇ, ਇਹਦੇ ਤਾਂ ਕੋਈ ਕੰਮ ਨਹੀਂ ਆਈ। ਇਸ ਕਰਕੇ ਭਾਈ ਇਹ ਐਡਾ ਵੀ ਵਹਿਮ ਜਿਹਾ ਨਹੀਂ, ਇਹ ਉਦੋਂ ਵੀ ਵਹਿਮ ਸੀ, ਆਪਾਂ ਨੂੰ ਵਹਿਮ। ਅੰਗਰੇਜ਼ ਪੜੇ ਪੜੋ ਹੈ ਨਹੀਂ, ਉਹ ਐਵੇਂ ਹੀ ਹੈ। ਉਹ ਕਾਰਨ ਕੀ, ਉਹਨਾਂ ਨੂੰ ਅੰਗਰੇਜ਼ੀ ਹੈ ਜਿਹੜੀ ਉਹਨਾਂ ਦੀ ਮਾਤ ਭਾਸ਼ਾ। ਜਿਵੇਂ ਆਪਾਂ ਸਿੱਧੀ ਪੰਜਾਬੀ ਬੋਲਦੇ ਆ, ਉਹ ਐ ਸਿੱਧੀ ਬੋਲਦੇ ਨੇ, ਲਿਖਣੀ ਨਹੀਂ ਆਉਂਦੀ ਉਹਨਾਂ ਨੂੰ ਪੂਰੀ। ਜਿਹੜੇ ਆ ਨਾ ਸਤਰਾਂ ਕੁਛ ਨਹੀਂ, ਉਹ ਪੂਰਾ ਕਲਰ ਵੀ ਲਿਖਣਾ ਤਾਂ COLOR ਸਿੱਧਾ ਜਿਹਾ ਲਿਖ ਦਿੰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕਿੱਥੇ ਜੂ ਪੈਣੀ ਹੈ ਕੀ ਪੈਣਾ। ਤਾਂ ਆਪਣੇ ਤਾਂ ਚਲੋ ਬਹੁਤ ਜਾਣਦੇ ਆ, ਉਹਨਾਂ ਨੂੰ ਤਾਂ ਇੱਕ ਆਏ ਆ ਵੀ ਬੋਲੀ। ਹੁਣ ਜਿਵੇਂ ਆਪਣੇ ਬਜ਼ੁਰਗ ਆ, ਪੰਜਾਬੀ ਦਾ ਦੇਖੋ ਕਿੰਨੀ ਠੋਸ ਬੋਲਦੇ ਆ, ਜੇ ਉਹਨਾਂ ਨੂੰ ਕੋਈ ਲਿਖ ਦੋ, ਲਿਖਣਾ ਲੁਖਣਾ ਨਹੀਂ ਆਉਂਦਾ, ਬੋਲਦੇ ਤਾਂ ਹੈ ਨਾ। ਇਸੇ ਤਰ੍ਹਾਂ ਹੀ ਅੰਗਰੇਜ਼ ਆ, ਉਹ ਬਹੁਤ ਗਿਣਤੀ ਉਹਨਾਂ ਦੀ ਵੀ ਇਹੋ ਜਿਹੀ ਹੋਈ ਆ, ਉਹ ਆਪਣੀ ਮਾਤ ਭਾਸ਼ਾ ਕਰਕੇ ਬੋਲਿਆ, ਹੋਰ ਉਹਨਾਂ ਨੂੰ ਕੱਖ ਨਹੀਂ ਆਉਂਦਾ। ਤੇ ਆਪਣਾ ਤਾਂ ਜਿਹੜੇ ਆ ਜਿੰਨੀਆਂ ਤਰੱਕੀਆਂ ਕੀਤੀਆਂ, ਆਪਣੇ ਤਾਂ ਪੜ੍ਹੇ ਲਿਖੇ ਬਹੁਤ ਹੈ, ਜਿਹੜੀ ਮਰਜ਼ੀ ਭਾਸ਼ਾ ਦੀ ਗੱਲ ਕਰਾ ਲਓ। ਤੇ ਹੁਣ ਤਾਂ ਅਨਪੜ੍ਹ ਮਾਈਆਂ ਨੇ, ਉਹ 10 ਸਾਲ ਬਾਹਰ ਲਾ ਕੇ ਆ ਜਾਣ, ਉਹ ਇੱਥੇ ਆ ਕੇ ਵੀਕ ਕਰਨ ਲੱਗ ਜਾਂਦੀਆਂ। ਤੇ ਉਹ ਮਾਈਆਂ ਦੂਜੀਆਂ ਨੂੰ ਕਹਿੰਦੇ ਲੈ ਹੁਣ ਅਸੀਂ 10 ਸਾਲਾਂ ਬਾਅਦ ਆਈ, ਅੱਧੀ ਅੰਗਰੇਜ਼ੀ ਤਾਂ ਉਹ ਬੋਲਣਾ। ਅਨਪੜ੍ਹ ਬੰਦੇ ਉੱਥੇ ਜਾ ਕੇ ਫੱਟੇ ਚੱਕਦੇ ਆਪਣੇ, ਉਹ ਬਿੰਗਵਾਲ ਪਾ ਕੇ ਗੱਲ ਸਮਝਾ ਹੀ ਦਿੰਦੇ ਆ। ਇਸ ਤਰ੍ਹਾਂ ਕਰਕੇ ਕਹਿਣ ਦਾ ਭਾਵ ਹੈ ਵੀ ਵਹਿਮ ਇਹਨਾਂ ਨੂੰ ਵੀ ਸੀ, ਕਿਉਂਕਿ ਇਹਨਾਂ ਨੇ ਇਹ ਸੀ ਵੀ ਬਹੁਤ ਪੜ੍ਹੇ ਲਿਖੇ ਆ, ਬੜੇ ਸਿਆਣੇ ਹਨ। ਤੇ ਉਸ ਸਮੇਂ ਕਹਿਣ ਲੱਗੇ ਕਿ ਆਲਮ ਆਕਲ ਫਾਜ਼ਲ ਐਸੇ, ਭਇਓ ਨਾ ਕੋ ਹੋਇਆ ਹੈ ਜੈਸੇ। ਗੱਲਾਂ ਕਰਦੇ ਸਲਾਹਾਂ, ਉਹ ਇੰਨੇ ਅੰਗਰੇਜ਼ ਆਲਮ ਫਾਜ਼ਲ ਪੜ੍ਹੇ ਲਿਖੇ ਸਿਆਣੇ ਐ, ਉਹਨਾਂ ਵਰਗਾ ਕੋਈ ਨਹੀਂ ਹੈ। ਰਈਅਤ ਕੋ ਸਭ ਵਿਦ ਸੁਖਦਾਈ, ਉਹ ਆਪਣੀ ਪਰਜਾ ਨੂੰ ਸਭ ਤਰ੍ਹਾਂ ਕਰਕੇ ਸੁਖੀ ਰੱਖਦੇ ਨੇ। ਪਰ ਇਹ ਨਹੀਂ ਸੀ ਪਤਾ ਕਿ ਗੁਲਾਮੀ ਇਹ ਹੁੰਦੀ ਹੈ। ਉਹ ਚਾਹੇ ਲੋਹੇ ਦੀਆਂ ਬੇੜੀਆਂ ਹੋਣ, ਚਾਹੇ ਸੋਨੇ ਦੀਆਂ ਹੋਣ, ਬੇੜੀਆਂ ਤਾਂ ਬੇੜੀਆਂ ਹੀ ਆ। ਤੇ ਇਸ ਤਰ੍ਹਾਂ
ਅੰਗਰੇਜ਼ ਜਿਹੜੇ ਨੇ ਉਹ ਇੰਨਾ ਕਹਿ ਵੀ ਸੋਨੇ ਦੀਆਂ ਬੇੜੀਆਂ 'ਚ ਕੈਦ ਰੱਖਦੇ ਸੀ, ਨਾਲੇ ਤਾਂ ਲੋਕਾਂ ਨੂੰ ਲੱਗੀ ਜਾਣਾ ਸੀ ਸੁਖੀ ਆ, ਪਰ ਗੁਲਾਮੀ ਹੁੰਦੀ ਹੈ, ਰਾਜ ਆਪਣਾ ਆਪਣਾ ਹੀ ਹੁੰਦਾ ਹੈ। ਅੱਜ ਅਸੀਂ ਗੁਲਾਮ ਆ, ਤਾਂ ਹੀ ਆ ਸਾਡੇ ਨਾਲ ਕੁਝ ਹੋ ਰਿਹਾ। ਕਿਤੇ ਕੁਛ ਕਰਨ ਤੇ ਪਾਬੰਦੀਆਂ ਹੋਈਆਂ, ਤੁਹਾਨੂੰ ਪਤਾ ਹੈ ਕੱਲ ਪਰਸੋਂ ਪਿੱਛੇ ਹਜੂਰ ਸਾਹਿਬ ਕਿੰਨਾ ਹੋਇਆ, ਗੁਰਦੁਆਰੇ ਦੇ ਅੰਦਰ ਤਾੜ ਤੇ ਕਹਿੰਦੇ ਆਪਦਾ ਹੋਲਾ ਮਹੱਲਾ ਅੰਦਰ ਮਨਾਓ, ਗੇਟਾਂ ਤੋਂ ਬਾਹਰ ਨਹੀਂ ਆਉਣ ਦੇਣਾ। ਤੇ ਉੱਥੇ ਹੁਣ ਹਜ਼ਾਰਾਂ ਦੀ ਤਾਦਾਦ ਵਿੱਚ ਅਸੀਂ ਲੋਕ ਭੜਕ ਗਏ। ਇਹ ਤਾਂ ਸਾਨੂੰ ਟੈਸਟ ਕਰ ਚੁੰਡੀਆਂ ਵੱਢ ਵੇਖਦੇ ਆ ਕਿ ਸਹਿੰਦੇ ਕਿੰਨੇ ਕਾ ਤੁਸੀਂ। ਤੇ ਹੁਣ ਉਹ ਕੀ ਹੈ, ਵਿੱਚ ਹੀ ਕੁਛ ਆਪਣੇ ਵਾਲੇ ਕਹਿਣ ਲੱਗ ਗਏ ਇਹ ਜੀ ਕੋਵਿਡ ਚੱਲਦਾ, ਇਸ ਕਰਕੇ ਨਾਮ ਵੀ ਕਰਦੇ। ਉਹ ਭਾਈ ਕੋਵਿਡ ਬੰਗਾਲ 'ਚ ਕਿੱਥੇ ਚਲੇਗਾ, ਉੱਥੇ ਰੈਲੀਆਂ ਹੁੰਦੀਆਂ ਨੇ ਤੇ ਉਹ ਸਾਰੇ ਇਕੱਠੇ ਹੁੰਦੇ ਆ। ਲੇਕਿਨ ਗੱਲ ਇਹ ਆ ਹੁਣ ਇਹਨਾਂ ਦੇ ਹੱਥ ਡੰਡਾ ਹੈ, ਆਪਾਂ ਕੁਝ ਕਹਿਣ ਜੋਗੇ ਨਹੀਂ। ਸਕੂਲ ਬੰਦ ਕਰਤੇ ਤੇ ਠੇਕੇ ਕਹਿੰਦੇ ਕੋਈ ਨਹੀਂ ਖੁੱਲੇ ਆ, ਜੇ ਲੋੜ ਪਈ ਘਰੇ ਵੀ ਫੜਾ ਜਾ ਕਰਾਂਗੇ। ਤੇ ਇਹਦਾ ਕਾਰਨ ਕੀ ਹੈ, ਬੱਚੇ ਪੜ੍ਹਨ ਨਾ ਪੜ੍ਹਨਗੇ, ਅਨਪੜ੍ਹ ਰਹਿਣਗੇ, ਜਾਂ ਥੋੜੀ ਵਿੱਦਿਆ ਪੜ੍ਹਨਗੇ, ਲੇਬਰ ਕਰਨਗੇ। ਤੇ ਆਬਾਦੀ ਡਾਨੀ ਉਹਨਾਂ ਨੂੰ ਲੇਬਰ ਹੀ ਚਾਹੀਦੀ ਹੈ, ਹੋਰ ਉਹਨਾਂ ਨੂੰ ਕੋ ਕਹਿੰਦੇ ਵੀ ਘੱਟੋ ਘੱਟ ਲੇਬਰ ਇੰਨੀ ਹੋਵੇ, ਅਸੀਂ ਇੱਕ ਬੰਦੇ ਨੂੰ ਹਾਕ ਮਾਰੀਏ, 4 ਤਾਂ ਭੱਜੇ ਆਉਣ ਨਾ ਸਾਡੇ ਵੱਲ ਨੂੰ, ਫੇਰ ਕੰਮ ਸੌਖਾ ਹੈ। ਇਸ ਕਰਕੇ ਜੇ ਲੋਕ ਆਪਣੇ ਪੈਰਾਂ ਤੇ ਖੜੇ ਰਹੇ, ਫਿਰ ਇਹਨਾਂ ਨੇ ਲੇਬਰ ਨਹੀਂ ਕਰਨੀ, ਤੇ ਲੇਬਰ ਨਹੀਂ ਕਰਨੀ ਆ। ਸਾਡਾ ਹਾਲਾਤ ਇਸ ਤਰ੍ਹਾਂ ਦੇ ਬਣਾਉਣ ਦੀਆਂ ਸਾਰੀਆਂ ਗੱਲਾਂ ਨੇ, ਹੋਰ ਕੋਈ ਐਡੀ ਖੇਡ ਨਹੀਂ ਹੈ। ਜੇ ਸਰਕਾਰਾਂ ਸੁਹਿਰਦ ਹੁੰਦੀਆਂ ਬਿਮਾਰੀ ਦੇ ਵਜੋਂ, ਤਾਂ ਫਿਰ ਉਹ ਇੱਕੋ ਰੂਪ ਦੇ ਵਿੱਚ ਹੁੰਦੀਆਂ। ਹੁਣ ਪਿੱਛੇ ਚੋਣਾਂ ਸੀ, ਇੱਕਦਮ ਪੰਜਾਬ ਦੇ ਵਿੱਚ ਵੀ ਸ਼ਹਿਰਾਂ ਦੀਆਂ ਚੋਣਾਂ ਸੀ, ਉਦੋਂ ਤੱਕ ਕਰੋਨਾ ਜਮਾਂ ਥੱਲੇ ਲਿਆਂਦਾ, ਚੋਣਾਂ ਹੋ ਗਈਆਂ। ਹੁਣ ਸਾਰ 5ਵੇਂ 7ਵੇਂ ਦਿਨ ਫਿਰ 100 150 200 ਰੋਜ਼ ਵਧਾਉਣਾ ਪੋਜ਼ਿਟਿਵ ਵੱਧਦੇ ਤੇ ਹੁਣ ਕਿੱਥੇ ਤੱਕ ਆ ਗਏ। ਹੁਣ ਉਹ ਗਾਹਾਂ ਹਜੇ ਇਹ ਵਧਾਉਣਗੇ, ਅਕਤੂਬਰ ਤੱਕ ਤਾਂ ਵਧਾਉਣਗੇ ਲੱਗਦਾ, ਜਿਹੜਾ ਇਹਨਾਂ ਦਾ ਰੁੱਖ ਜਾ ਉਦੋਂ ਤੱਕ ਇਹੋ ਜਿਹਾ। ਉਦੋਂ ਬਾਅਦ ਫਿਰ ਥੱਲੇ ਲਿਆਉਣਗੇ, ਫਿਰ ਚੋਣਾਂ ਆ ਜਾਣੀਆਂ ਗਾਹਾਂ। ਆ ਕਰੋਨਾ ਹੈ, ਕਿਤੇ ਕਹਿੰਦੇ ਬਾਰ ਨੂੰ ਬੰਦ ਕਰ ਦੋ ਤੇ ਐਤਵਾਰ ਬੰਦ ਕਰ ਦੋ, ਕਿਉਂ ਹੁਣ ਮਨਜ਼ੂਰੀ ਲੈ ਲਈ ਉਹ ਤੋਂ ਬਾਕੀ ਦਿਨਾਂ 'ਚ। ਤੇ ਇੱਕ ਦਿਨ ਉਹੀ ਮੂਰਖਤਾ ਦੀਆਂ ਗੱਲਾਂ ਕਿ 1 ਘੰਟੇ ਲਈ ਗੱਡੀਆਂ ਬੰਦ ਕਰ ਦੋ ਦਿਨੇ, ਤੇ ਜਾਮ ਲਾ ਤੇ ਲੋਕਾਂ ਦੇ, ਗੱਲ ਨਾ ਕੋਈ ਕਹਾਣੀ ਨਾ ਤਾਂ ਕੋਈ ਸਮਝ ਲੱਗਦੀ। ਅਸਲ ਵਿੱਚ ਕਾਰਨ ਕੀ ਹੈ ਕਿ ਕਰੋਨੇ ਦੇ ਨਾਂ ਤੇ ਰਾਜਨੀਤੀ ਹੈ। ਕੋਈ ਸ਼ਹਿਰਦੀ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ, ਉਹ ਬਿਮਾਰੀਆਂ ਵਾਂਗੂ ਬਿਮਾਰੀ ਹੈ, ਬਾਕੀ ਵਾਇਰਸਾਂ ਵਾਂਗੂ ਵਾਇਰਸ ਹੈ। ਫਲੂ ਹੈ ਇੱਕ, ਜਿਵੇਂ ਆਪਾਂ ਨੂੰ ਆਮ ਖੰਘ ਜ਼ੁਕਾਮ ਦੇ ਫਲੂ ਹੋ ਜਾਂਦੇ ਨੇ, ਉਹ ਵੀ ਇਸ ਤਰ੍ਹਾਂ ਦਾ ਇੱਕ ਫਲੂ ਹੈ। ਕਿਸੇ ਜਗ੍ਹਾ ਉਹ ਵੱਧ ਸਟਰੋਂਗ ਹੈ, ਕਿਸੇ ਜਗ੍ਹਾ ਘੱਟ ਸਟਰੋਂਗ ਹੈ, ਐਸੀ ਨਹੀਂ ਹੁੰਦੀ। ਜੇ ਆਪਣੀ ਸਰੀਰ ਦੀ ਇਮਿਊਨਿਟੀ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈਗੀ ਆ, ਤਾਂ ਉਹ ਫਲੂ ਆ ਜਿਹੜੇ ਇੱਕ ਨਹੀਂ ਹੁੰਦੇ। ਡਾਕਟਰ ਕਹਿੰਦੇ ਕਈ ਦਿਹਾੜੀ 'ਚ ਪਤਾ ਨਹੀਂ ਕਿੰਨੇ ਕੁ ਫਲੂ ਆਪਣੇ ਅੰਦਰ ਹੁੰਦੇ ਨੇ, ਕਿੰਨੇ ਕੁ ਨਸ਼ਟ ਹੋ ਰਿਹਾ, ਖਤਮ ਹੋ ਰਿਹਾ। ਸਾਡੇ ਅੰਦਰ ਪ੍ਰਮਾਤਮਾ ਨੇ ਬਿਮਾਰੀਆਂ ਨਾਲ ਲੜਨ ਦੀ ਇੱਕ ਸ਼ਕਤੀ ਪੈਦਾ ਬਣਾਈ ਹੋਈ ਹੈ, ਤੇ ਉਹਨੂੰ ਆਮ ਅੱਜ ਕੱਲ੍ਹ ਭਾਸ਼ਾ 'ਚ ਇਮਿਊਨਿਟੀ ਕਹਿ ਦਿੰਦੇ ਆ, ਬਈ ਬਿਮਾਰੀਆਂ ਨਾਲ ਲੜਨ ਦੀ ਇਹਦੇ ਵਿੱਚ ਤਾਕਤ ਹੈ। ਇਸ ਕਰਕੇ ਉਹ ਜਿਹੜੀ ਹੈ ਸ਼ਕਤੀ ਆਪਣੇ ਵਿੱਚ ਹੋਣੀ ਚਾਹੀਦੀ। ਸ਼ਕਤੀ ਕਿਵੇਂ ਹੋਊ, ਸਾਡੀਆਂ ਖੁਰਾਕਾਂ ਜਿਹੜੀਆਂ ਸਹੀ, ਇੱਕ ਤਾਂ ਹੋਟਲਾਂ ਤੇ ਖਾਣਾ ਬੰਦ ਕਰੋ, ਜਿਹੜੇ ਆ ਪੀਜੇ 버ਗਰ ਬੰਦ ਕਰ ਦਿਓ। ਨਾਲੇ ਤਾਂ ਇਹ ਜਿਹੜੇ ਹੁਣ ਵੱਡੇ ਆ ਨਾ, ਜਿਹੜੇ ਮਾਲ ਖੋਲੇ ਆ, ਇੱਥੋਂ ਪੀਜੇ ਲਿਆਉਂਦੇ, ਕੁਛ ਕਰਦੇ ਆ, ਜਾਂ ਆਪਣੇ 버ਗਰ ਆ ਗਏ ਜਾਂ ਹੋਰ ਆ ਗਏ, ਇਹ ਵੀ ਤਾਂ ਕਾਰਪੋਰੇਟ ਘਰਾਣਿਆਂ ਦਾ ਹੀ ਹੈ। ਇਹ ਸਾਰਾ ਕੁਛ ਉਹਨਾਂ ਦਾ ਹੀ ਪਿੱਛੋਂ ਬਣ ਕੇ ਆਉਂਦਾ। ਜਿਹੜੇ ਲੋਕਲ ਦੁਕਾਨਾਂ ਤੇ ਵੀ ਬੈਠੇ, ਉਹ ਵੀ ਤਾਂ ਇੱਕ ਰੈਡੀਮੇਡ ਹੀ ਆ, ਉਹ ਗਾਹਾਂ ਤੋਂ ਬਣਾਏ ਆਉਂਦੇ ਨੇ, ਉਹ ਤਲ ਕੇ ਗਾਂ ਦੇਈ ਜਾਂਦੇ ਆ। ਇਸ ਕਰਕੇ ਸਾਦੇ ਖੁਰਾਕ ਦੇ ਵੱਲ ਨੂੰ ਆਉਣਾ ਚਾਹੀਦਾ। ਜਿਹੜੀਆਂ ਸਾਡੇ ਪੁਰਾਣੀਆਂ ਖੁਰਾਕਾਂ ਸੀ, ਮੱਕੀ, ਬਾਜਰਾ, ਮੋਠ, ਇਹੋ ਜਿਹੀਆਂ ਖੁਰਾਕਾਂ, ਹੁਣ ਤਾਂ ਉਹ ਇਸ ਪਾਸੇ ਨੂੰ ਹੋ ਗਿਆ। ਇਹ ਜਿਵੇਂ ਦਾਲ ਧਰਨੀਆਂ ਹਾਰੀਆਂ ਦੀ, ਹੁਣ ਸਮਾਂ ਹੋ ਗਿਆ ਕੁੱਕਰ ਦੇ ਵਿੱਚ ਬਣਦੀ ਹੈ। ਸਭ ਤੋਂ ਵੱਧ ਨੁਕਸਾਨਦੇਹ ਹੈ ਦਾਲ ਜਿਹੜੀ ਕੁੱਕਰ 'ਚ ਬਣਦੀ ਹੈ। ਤੇ ਇਹੋ ਜਿਹੇ ਜੇ ਆਪਾਂ ਹੁਣ ਸਾਦਗੀ ਵੱਲ ਨੂੰ ਆਵਾਂਗੇ, ਘਰ ਦੀ ਖੁਰਾਕ ਵੱਲ ਨੂੰ ਆਵਾਂਗੇ, ਤੇ ਫਿਰ ਆਪਣੇ ਅੰਦਰ ਤਾਕਤ ਬਣੀ ਰਹੂ। ਜਿਹੜਾ ਹੈ ਕੁਦਰਤੀ ਜਿਹੜੇ ਖਾਣੇ ਹੈ, ਰਹੋ ਵਿਚਾਰ, ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ। ਤੇ ਇਸ ਤਰ੍ਹਾਂ ਉਹ ਕਹਿੰਦੇ ਨੇ ਕਿ ਅੰਗਰੇਜ਼ ਬੜੇ ਸੁਖਦਾਈ ਨੇ, ਭਾਵ ਹੈ ਕਿ ਆਪਣੀ ਪਰਜਾ ਨੂੰ ਸੁੱਖ ਦੇਣ ਵਾਲੇ ਹਨ। ਰਈਅਤ ਕੋ ਸਭ ਵਿਦ ਸੁਖਦਾਈ, ਸੁਖੀ ਰੱਖਦੇ ਨੇ। ਸੁਰ ਗੁਰ ਤੈ ਜਿਨ ਨੀਤ ਸਵਾਈ। ਦੇਖੋ ਕਹਿੰਦੇ ਇਹਨਾਂ ਦੀ ਤਾਂ ਜਿਹੜੀ ਨੀਤੀ ਹੈ ਨਾ ਅੰਗਰੇਜ਼ਾਂ ਦੀ, ਇਹ ਤਾਂ ਜਿਵੇਂ ਇਨਸਾਫ ਕਰਨ ਵਾਲੇ ਦੇਵਤਿਆਂ ਦਾ ਗੁਰੂ ਬ੍ਰਹਸਪਤ, ਸੁਰਗੁਰ ਤੇ ਦੇਵਤਿਆਂ ਦੇ ਗੁਰੂ ਨਾਲੋਂ ਵੀ ਚੰਗੀ ਹੈ ਅੰਗਰੇਜ਼ਾਂ ਦੀ ਨੀਤੀ। ਤਾਂ
ਫਿਰ ਜਹ ਤੋਲ ਬੋਲ ਕੇ ਪੂਰੇ। ਉਹਦਾ ਹੁਣ ਕਾਰਨ ਹੈ, ਜੇ ਅੱਜ ਆਪਾਂ ਗੁਰਮੁਖੋ ਇਹ ਗੱਲ ਕਰਾਂਗੇ ਨਾ, ਆਪਾਂ ਨੂੰ ਅੱਜ ਵੀ ਉਹ ਚੰਗੇ ਲੱਗਣਗੇ, ਕਿਉਂਕਿ ਅੱਜ ਜਿਹੜੇ ਰਾਜ ਕਰਨ ਲੱਗੇ ਆ ਸਾਡੇ ਤੇ ਤਾਂ ਇੰਨੇ ਭੈੜੇ ਆ ਵੀ ਇਹ ਤਾਂ 100 ਜਾਣਾ ਇਕੱਠਾ ਕਰੀਏ ਤਾਂ ਵੀ ਜਿਹੜਾ ਹੈ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ, ਭਾਵ ਇੰਨੇ ਹੋ ਗਏ ਤਾਂ ਭੈੜੇ ਨੇ। ਇਸ ਕਰਕੇ ਹੁਣ ਸਾਨੂੰ ਲੱਗੀ ਜਾਂਦਾ ਉਹ ਚੰਗੇ ਸੀ। ਲੇਕਿਨ ਇਹ ਕਹਿ ਸਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੋਈ ਚੰਗਾ ਰਾਜ ਦੁਨੀਆ ਵਿੱਚ ਨਹੀਂ ਹੋਇਆ। ਇਹ ਅੱਜ ਉਹ ਲੋਕ ਵੀ ਮੰਨਣ ਲੱਗ ਗਏ, ਅੰਗਰੇਜ਼ ਵੀ ਮੰਨਣ ਲੱਗ ਗਏ। ਇੱਕ ਮਹਾਰਾਜਾ ਰਣਜੀਤ ਸਿੰਘ ਹੋਇਆ, ਜਿੰਨਾ ਟਾਈਮ ਉਹਨੇ ਰਾਜ ਕੀਤਾ ਉਹਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ। ਕਾਰਨ ਕੀ? ਐਡੇ ਵੱਡੇ ਅਪਰਾਧ ਹੀ ਨਹੀਂ ਕਰਨ ਦਿੱਤੇ। ਆਮ ਦੁਨੀਆ ਕਹਿੰਦੀ ਸੀ ਕੁੱਤੇ ਦੇ ਗਲ 'ਚ ਕੰਠੀ ਪਾ ਦਿੰਦਾ ਸੀ, ਕੋਈ ਚੋਰੀ ਨਹੀਂ ਸੀ ਕਰਦਾ ਹੁੰਦਾ। ਤੇ ਇਹੋ ਜਿਹਾ ਭਾਈ ਉਹਦਾ ਰਾਜ ਸੀ। ਲੇਕਿਨ ਇੱਥੇ ਇਹਨਾਂ ਰਿਆਸਤਾਂ ਵਾਲਿਆਂ ਨੂੰ ਵਹਿਮ ਹੋ ਗਿਆ ਕਿ ਇਹ ਜਿਹੜੇ ਅੰਗਰੇਜ਼ ਨੇ ਤਾਂ ਬਹੁਤ ਨੀਤੀਵਾਨ ਹਨ। ਫਿਰ ਜਹ ਤੋਲ ਬੋਲ ਕੇ ਪੂਰੇ, ਤੋਲ ਬੋਲਦੇ ਪੂਰੇ ਹਨ। ਕਰਤ ਅਹਿਦ ਨਹਿ ਕਬ ਹੀ ਦੂਰੇ। ਇਸ ਕਰਕੇ ਇਹ ਅਹਿਦ ਨਹਿ ਕਬ ਹੀ ਦੂਰੇ, ਇਹ ਕੋਈ ਇਹੋ ਜਿਹਾ ਅਹਿਦ ਨਹੀਂ ਕਰਦੇ, ਭਾਵ ਕਿਸੇ ਨੂੰ ਦੂਰ ਨਹੀਂ ਕਰਦੇ, ਜਾਂ ਕੋਈ ਇਹੋ ਜਿਹੇ ਗੱਲਾਂ ਨਹੀਂ ਕਰਦੇ ਜਿਹੜੀਆਂ ਬਹੁਤ ਦੂਰ ਦੇ ਹੋਣ, ਦੂਰ ਜਾ ਕੇ ਹੋਣ, ਸਮਾਂ ਲੱਗੇ ਤਾਂ ਉਦੋਂ ਹੀ ਇਨਸਾਫ ਕਰ ਦਿੰਦੇ ਹਨ। ਅਤ ਦੁਸ਼ਮਣ ਭੀ ਜੋ ਇਨ ਹੋਵੇ, ਇਹਨਾਂ ਦਾ ਕੋਈ ਅਤੀ ਦੁਸ਼ਮਣ ਵੀ ਹੋਵੇ ਅੰਗਰੇਜ਼ਾਂ ਦਾ, ਤਿਸ ਕੋ ਭੀ ਨਾ ਜਰ ਤੇ ਖੋਵੇ, ਉਹਨੂੰ ਵੀ ਕਹਿੰਦੇ ਜੜੋਂ ਨਹੀਂ ਵੱਢਦੇ ਹਨ, ਪੁੱਟਦੇ ਹਨ। ਸ਼ੀਨ ਮੁਲਕ ਜਹ ਜਿਸ ਕਾ ਲੈ ਹੈ, ਜੇ ਕਿਸੇ ਦਾ ਇਲਾਕਾ ਛੀਨ ਵੀ ਲੈਂਦੇ ਹਨ, ਭਾਵ ਕੋਈ ਏਰੀਆ ਖੋਹ ਵੀ ਲੈਂਦੇ ਹਨ। ਠੀਕ ਗੁਜ਼ਾਰਾ ਤਿਸ ਕੋ ਦੈ ਹੈ, ਉਹਨੂੰ ਫੇਰ ਵੀ ਗੁਜ਼ਾਰੇ ਜਿੰਨਾ ਚੰਗਾ ਦੇ ਦਿੰਦੇ ਨੇ। ਜੋ ਜਿਸ ਸੋ ਹੋਏ ਅਹਿਦ ਪਿਮਾਨੇ, ਅਹਿਦ ਇਕਰਾਰਨਾਮਾ, ਜੋ ਕੋਈ ਇਕਰਾਰਨਾਮਾ ਇਹਨਾਂ ਦਾ ਹੁੰਦਾ ਜਿਹਦੇ ਨਾਲ ਕਰਤ ਵਹੀ ਪਾਰਨ ਸੁਖ ਮਾਨੇ, ਉਹ ਫਿਰ ਭਾਈ ਉਹਨੂੰ ਕਰਦੇ ਨੇ ਸਹੀ, ਉਸ ਨੂੰ ਪੂਰਾ ਕਰਨ ਦੇ ਵਿੱਚ ਹੀ ਸੁੱਖ ਮੰਨਦੇ ਆ। ਹੁਨਰ ਇਲਮ ਅਕਲ ਇਤਫਾਕ, ਫਿਰ ਇਹਨਾਂ ਚ ਹੁਨਰ ਬੜਾ, ਕਾਰੀਗਰੀ ਬੜੀ ਹੈ, ਇਲਮ ਬੜਾ, ਪੜ੍ਹਾਈ ਬਹੁਤ ਹੈ, ਅਕਲ ਬੜੀ ਹੈ। ਨਹਿ ਇਨ ਸਮ ਕਾਹੂ ਪੈ ਪਾਕ, ਇਹਨਾਂ ਵਰਗਾ ਇਸ ਤਰ੍ਹਾਂ ਕੋਈ ਪੱਕਾ ਪਵਿੱਤਰ ਨਹੀਂ ਹੈ। ਅਫਲਾਤੂ ਲੁਕਮਾਨ ਸਿਕੰਦਰ, ਇੱਕ ਅਫਲਾਤੂ ਹੋਇਆ ਯੂਨਾਨ ਦਾ ਬਹੁਤ ਹੀ ਵੱਡਾ ਫਿਲਾਸਫਰ ਹੋਇਆ, ਤੇ ਲੁਕਮਾਨ ਇਹ ਵੀ ਯੂਨਾਨ ਦਾ ਬਹੁਤ ਪ੍ਰਸਿੱਧ ਹਕੀਮ ਹੋਇਆ। ਸਿਕੰਦਰ ਯੂਨਾਨ ਦਾ ਬਹੁਤ ਵੱਡਾ ਬਾਦਸ਼ਾਹ ਹੋਇਆ। ਤਿੰਨੇ ਇਨ ਸਮ ਭਏ ਨ ਪੌਰਖ ਅੰਦਰ, ਇਹ ਅੰਗਰੇਜ਼ਾਂ ਦੇ ਬਰਾਬਰ ਤੇ ਇਹ ਵੀ ਨਹੀਂ ਹੋ ਸਕੇ, ਭਾਵ ਇੰਨੇ ਬਲ ਉਦਮ ਦੇ ਵਿੱਚ। ਜਵਾਂ ਮਰਦ ਵੱਡ ਦੂਰ ਅੰਦੇਸੀ, ਇਹ ਬਹਾਦਰ ਤੇ ਅੰਗਰੇਜ਼ ਜਿਹੜੇ ਬੜੀ ਦੂਰ ਦੀ ਸੋਚਣ ਵਾਲੇ ਹਨ। ਵੀਰ ਦਿਲਾਵਰ ਬਲੀ ਵਿਸ਼ੇਸ਼ੀ, ਬਹੁਤ ਵੱਡੇ ਦਿਲ ਵਾਲੇ ਨੇ ਤੇ ਬੜੇ ਬਲੀ ਹਨ। ਗੁਣ ਅਨੰਤ ਇੱਕ ਯੋਗਨ ਮਾਹੀ, ਦੇਖੋ ਉਧਰ ਤਾਂ ਮਹਾਰਾਜੇ ਰਣਜੀਤ ਸਿੰਘ ਦੇ ਬਾਰੇ ਕੀ ਕਿਹਾ, ਇਧਰ ਕਹਿੰਦੇ ਗੁਣ ਬਹੁਤ ਹੈ ਪਰ ਇੱਕ ਔਗਣ ਵੀ ਹੈ ਇਹਨਾਂ ਵਿੱਚ। ਸਨੇ ਸਨੇ ਲੇਵਤ ਸਭ ਕਾਹੀ, ਕਹਿੰਦੇ ਹੌਲੀ ਹੌਲੀ ਸਭ ਕੁਝ ਲੈ ਲੈਂਦੇ ਆ ਬੰਦੇ ਕੋਲੋਂ। ਦੋਹਰਾ ਲਵਪੁਰ ਪਤ ਹੈ ਜਾ ਸਹੀ, ਤਪਦ ਕੀ ਅੰਗਰੇਜ਼, ਇਹ ਜਾਣੋ ਕਿ ਲਵਪੁਰ ਪਤੀ ਜਿਹੜਾ ਹੈ, ਲਾਹੌਰ ਪਤੀ ਭਾਵ ਮਹਾਰਾਜਾ ਰਣਜੀਤ ਸਿੰਘ ਤਾਂ ਹੈਜੇ ਦੀ ਬਿਮਾਰੀ ਹੈ, ਤੇ ਅੰਗਰੇਜ਼ ਤਪਦਿਕ ਦੀ ਬਿਮਾਰੀ ਹੈ। ਹੈਜਾ ਜਿਹਨੂੰ ਹੈਜਾ ਹੋ ਜਾਂਦਾ, ਖਾਧਾ ਪੀਤਾ ਅੰਦਰ ਨਹੀਂ ਪਚਦਾ, ਤੇ ਇਸ ਤਰ੍ਹਾਂ ਜਿਹੜਾ ਹੈ ਉਹਦੇ ਪੇਟ 'ਚ ਕੁਛ ਨਹੀਂ ਰਹਿੰਦਾ, ਫਿਰ ਬੰਦਾ ਹੈਜੇ ਨਾਲ ਛੇਤੀ ਮਰ ਜਾਂਦਾ ਹੈ, ਤੇ ਅੱਗੇ ਇਲਾਜ ਨਹੀਂ ਸੀ ਹੁੰਦੇ। ਤਪਦਿਕ ਜਿਹੜਾ ਹੈ ਉਹ ਭਾਈ ਕਾਫੀ ਸਮਾਂ ਜਿਹੜਾ ਥੋੜਾ ਜਿਹਾ ਕੱਢ ਜਾਂਦਾ ਹੈ। ਕਹਿੰਦੇ ਹੈ ਦੋਵੇਂ ਬਿਮਾਰੀਆਂ, ਮਹਾਰਾਜਾ ਰਣਜੀਤ ਸਿੰਘ ਹੈਜੇ ਦੀ ਬਿਮਾਰੀ ਹੈ, ਅੰਗਰੇਜ਼ ਤਪਦਿਕ ਦੀ ਬਿਮਾਰੀ ਹੈ। ਲਗਤ ਨੀਕ ਜੋ ਦੋਹਨ ਮੈਂ ਧਾਰ ਲਿਓ ਤਜ ਤੇਜ, ਤੇ ਜਾਣੋ ਕਿ ਦੋਨਾਂ ਵਿੱਚੋਂ ਭਾਈ ਹੁਣ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਜਿਹੜੀ ਤੁਹਾਨੂੰ ਠੀਕ ਲੱਗਦੀ ਹੈ, ਉਸ ਨੂੰ ਆਪਣੀ ਧਾਰ ਲਿਓ ਤਜ ਤੇਜ, ਆਪਣੀ ਅਣਖ ਛੱਡ ਕੇ ਹੁਣ ਪ੍ਰਵਾਨ ਕਰ ਲੋ। ਚੌਪਈ
ਇੱਕ ਕੋ ਅੰਗੀਕਾਰ ਕੀਏ ਬਿਨ, ਇੱਕ ਬਿਮਾਰੀ ਨੂੰ ਅੰਗੀਕਾਰ ਕੀਏ ਬਿਨਾ, ਬਚਨੋਂ ਕਠਨ ਦਿਖਤ ਹੈ ਏਨ ਦਿਨ। ਇਹਨਾਂ ਦਿਨਾਂ ਵਿੱਚ ਹੁਣ ਆਪਾਂ ਨੂੰ ਬਚਣਾ ਕਠਨ ਦੀਂਦਾ ਹੈ। ਜਿਸ ਕੀ ਸ਼ਰਨ ਲੀਏ ਤੇ ਅਬਹੀ, ਜਿਨ੍ਹਾਂ ਦੀ ਸ਼ਰਨ ਹੁਣੇ ਤੋਂ ਲੈ ਕੇ ਬਣੀ ਰਹਿ ਜਹ ਰਿਆਸਤ ਸਭ ਹੀ, ਉਹਦੀ ਸ਼ਰਨ ਲਓ ਕਿ ਰਿਆਸਤਾਂ ਸਾਰੀਆਂ ਬਣੀਆਂ ਰਹਿ ਜਾਣ। ਤਿਸ ਕੋ ਮਦਦਗਾਰ ਬਣਾਵੋ, ਉਸ ਨੂੰ ਆਪਣਾ ਮਦਦਗਾਰ ਬਣਾਵੋ। ਛੋਰ ਸੋਚ ਅਬ ਦੇਰ ਨਾ ਲਾਵੋ, ਇਸ ਕਰਕੇ ਇਹ ਜਿਹੜਾ ਹੈ ਦੇਰੀ ਛੱਡੋ, ਸੋਚ ਸੋਚਣਾ ਛੱਡੋ, ਦੇਰ ਨਾ ਕਰੀਏ। ਜੈ ਸੁਨ ਗੁਣ ਔਗਣ ਦੋਏ ਕੇਰੇ, ਇਸ ਤਰ੍ਹਾਂ ਭਾਈ ਦੋਨਾਂ ਦੇ ਔਗਣ ਗੁਣ ਆਦਿਕ ਸੁਣ ਕਰਕੇ ਫਿਰ ਸਭ ਹਨ ਕਰ ਮਤਾ ਵਧੇਰੇ, ਤਾਂ ਸਾਰਿਆਂ ਨੇ ਮਤਾ ਪਕਾ ਲਿਆ। ਕਹਿਓ ਸ਼ਰਨ ਅੰਗਰੇਜ਼ਨ ਕੇਰੀ, ਕਹਿੰਦੇ ਵੀ ਅੰਗਰੇਜ਼ਾਂ ਦੀ ਜਿਹੜੀ ਸ਼ਰਨ ਹੈ ਸਭ ਵਿਦ ਸੁਖਦ ਭਲੇ ਹਮ ਹੀਰੀ। ਅਸੀਂ ਤਾਂ ਵੀਰੇ ਵੇਖਦੇ ਹਾਂ ਕਿ ਸਾਰਿਆਂ ਨਾਲ ਉਹੀ ਆਪਾਂ ਨੂੰ ਸੌਖੀ ਹੈ, ਸੁਖਦਾਈ ਹੈ। ਮਿਲ ਕਰ ਅਬ ਸਭ ਚੱਲ ਕੇ ਦਿੱਲੀ, ਇਉਂ ਕਰੋ ਇਕੱਠੇ ਹੋ ਕੇ ਸਾਰੇ ਆਪਾਂ ਦਿੱਲੀ ਚੱਲੀਏ। ਲਿਹੋ ਸ਼ਰਨ ਤਿੰਨ ਕੀ ਬਿਨ ਢਿੱਲੀ, ਬਿਨਾਂ ਕਿਸੇ ਦੇਰੀ ਤੋਂ ਹੁਣ ਆਪਾਂ ਅੰਗਰੇਜ਼ਾਂ ਦੀ ਸ਼ਰਨ ਲਈਏ। ਲਿਆਏ ਚੜਾਏ ਆਪਨ ਹਮਰਾ ਹੈ, ਤੇ ਉਹਨਾਂ ਨੂੰ ਆਪਣੇ ਨਾਲ ਆਪਾਂ ਚੜਾ ਲਿਆਈਏ। ਬੈਠਾਵੇ ਲੁਧਿਆਣੇ ਮਾਹੈ, ਤੇ ਲੁਧਿਆਣੇ ਲਿਆ ਕੇ ਬਿਠਾ ਦਈਏ। ਸਾਂਪ ਛਤਰ ਕੀ ਛਾਤੀ ਮਾਰੈ, ਕਹਿੰਦੇ ਆਏ ਹੋਣਾ ਸਾਂਪ ਛਤਰ ਕੀ ਛਾਤੀ ਮਾਰੈ, ਸੱਪ ਤੇ ਸ਼ਤਰੂ ਦੀ ਛਾਤੀ ਮਾਰੀਏ। ਹਮ ਦੋਨੋਂ ਤੇ ਰਹਿ ਕਿਨਾਰੇ, ਲੁਧਿਆਣਾ ਛਾਤੀ ਗਿਣਦੇ ਸੀ ਇਹ ਜਿਹੜਾ ਇਲਾਕੇ ਇੱਥੇ। ਨਾਲੇ ਆਪਾਂ ਦੋਨਾਂ ਤੋਂ ਕਿਨਾਰੇ ਰਹਾਂਗੇ, ਇੱਥੇ ਅੰਗਰੇਜ਼ਾਂ ਨੂੰ ਬਿਠਾ ਦਿੰਨੇ ਆ, ਆਪਾਂ ਆਪਦੀਆਂ ਰਿਆਸਤਾਂ 'ਚ ਮੌਜ ਕਰਾਂਗੇ। ਇਹ ਛਾਤੀ ਤੇ ਕਹਿੰਦੇ ਸੱਪ ਦੀ ਤੇ ਸ਼ਤਰੂ ਦੀ ਛਾਤੀ ਤੇ ਬਿਠਾ ਦਈਏ। ਹਮ ਦੋਨੋਂ ਤੇ ਰਹਿ ਕਿਨਾਰਾ, ਦੋਨਾਂ ਤੋਂ ਕਿਨਾਰਾ ਕਰਕੇ ਰਹਾਂਗੇ। ਜਹ ਸਲਾਹੇ ਪੱਕੀ ਕਰ ਤਬ ਹੀ, ਇਸ ਤਰ੍ਹਾਂ ਭਾਈ ਪੱਕੀ ਸਲਾਹ ਕਰ ਲਈ ਹੈ। ਦਿੱਲੀ ਮਾਹੇ ਪਹੁੰਚੇ ਸਭ ਹੀ, ਸਾਰੇ ਜਾਣੇ ਦਿੱਲੀ ਪਹੁੰਚ ਗਏ। ਕੇ ਚਿਤ ਖੁਦ ਕਿਨ ਕੇ ਮੁਖਤਿਆਰੇ, ਕਈ ਰਾਜੇ ਖੁਦ ਗਏ, ਕਈਆਂ ਦੇ ਮੁਖਤਿਆਰੇ ਆਮ ਬੰਦੇ ਭੇਜੇ ਹਨ। ਗਏ ਸ਼ਰਨ ਅੰਗਰੇਜ਼ਨ ਸਾਰੇ, ਇਹ ਸਾਰੇ ਹਰਜੀਂਦ ਰਿਆਸਤਾਂ ਵਾਲੇ, ਕੈਂਥਲ ਵਾਲੇ, ਪਟਿਆਲੇ ਵਾਲੇ, ਨਾਭੇ ਵਾਲੇ, ਸਾਰੇ ਹੀ ਜਿੰਨੇ ਅੰਗਰੇਜ਼ਾਂ ਦੀ ਸ਼ਰਨ ਪਹੁੰਚੇ ਹਨ। ਲੋਣੀ ਅਖਤਰ ਵੱਡ ਕਰਨੈਲ, ਤੇ ਵੱਡਾ ਅਫਸਰ ਸੀ ਲੋਣੀ ਅਖਤਰ, ਫੌਜਾਂ ਦਾ ਕਰਨੈਲ ਜਰਨੈਲ ਸੀ। ਹੁਤੋ ਤਹਾਂ ਤਬ ਬਲੀ ਗੁਸੈਲ, ਵੱਡਾ ਬਲ ਵਾਲਾ ਤੇ ਗੁੱਸੇ ਵਾਲਾ ਉਸ ਸਮੇਂ ਦਿੱਲੀ ਵਿੱਚ ਉਹ ਸੀ। ਸਾਹਿਬਾਨ ਮਿਲ ਆਲੀ ਸ਼ਾਨੈ, ਸਾਹਿਬਾਨ ਕਈ ਵੱਡੇ ਅਫਸਰਾਂ ਨੇ ਮਿਲ ਕਰਕੇ ਕੌਂਸਲ ਕਰੀ ਸਲਾਹੇ ਮਹਾਨੈ, ਵੱਡੀ ਸਲਾਹ, ਵੱਡਾ ਇਕੱਠ ਕੀਤਾ, ਸਲਾਹ ਵੱਡੀ ਕੌਂਸਲ, ਜਿਵੇਂ ਅੱਜ ਕੱਲ ਪਾਰਲੀਮੈਂਟ ਇਕੱਤਰਤਾ ਹੁੰਦੀ ਹੈ ਉਹ ਹੋਈ। ਜੋ ਮਲਵਈ ਰਈਸਨ ਕਹੀ, ਜਿਹੜੀ ਮਾਲਵੇ ਦੇ ਨਾ ਰਈਸਾਂ ਨੇ ਕਹੀ ਹੈ, ਆਪਣੇ ਮਤਲਬ ਕੀ ਵੱਢ ਲਹੀ। ਉਹਨਾਂ ਜਾਣਿਆ ਵੀ ਇਹ ਤਾਂ ਆਪਣੇ ਫਾਇਦੇ ਦੀ ਗੱਲ ਹੈ, ਬੜੀ ਬੜੀ ਵਧੀਆ ਗੱਲ ਹੈ। ਦੋਹੇ ਦਿਸ ਤੇ ਲਿਖ ਅਹਿਦ ਪੈਮਾਨੇ, ਦੋਵਾਂ ਪਾਸਿਆਂ ਤੋਂ ਨੇਮ ਲਿਖ ਲਏ, ਇਕਰਾਰਨਾਮੇ ਲਿਖ ਲਏ। ਸੰਗ ਫੌਜ ਲੈ ਅਦਕ ਮਹਾਨੇ, ਤੇ ਨਾਲ ਆਪਣੇ ਵੱਡੀ ਫੌਜ ਲੈ ਕਰਕੇ। ਲੋਣੀ ਅਖਤਰ ਪਿਖ ਭਲ ਤੌਰਨ, ਤੇ ਲੋਣੀ ਅਖਤਰ ਨੇ ਭਲਾ ਸਮਾਂ ਵੇਖ ਕੇ ਚੰਗਾ ਢੰਗ ਦੇ ਨਾਲ ਲੁਧਿਆਣੇ ਮੈਂ ਪਹੁੰਚੋ ਫੌਰਨ, ਆ ਗਿਆ ਲੁਧਿਆਣੇ, ਬਹੁਤ ਛੇਤੀ ਨਾਲ ਪਹੁੰਚ ਗਿਆ ਹੈ। ਮਿਲੇ ਨ੍ਰਿਪ ਸਭ ਤੇ ਠਾਂ ਆਏ, ਸਾਰੇ ਰਾਜੇ ਫਿਰ ਲੁਧਿਆਣੇ ਆਏ, ਕਚਹਿਰੀਆਂ ਵਿੱਚ ਮਿਲੇ ਹਨ। ਲਿਖੇ ਅਹਿਦ ਦੋਹੇ ਦਿਸ ਮਨ ਭਾਏ, ਦੋਨਾਂ ਪਾਸਿਆਂ ਤੋਂ ਮਨ ਪਾਉਂਦੇ ਅਹਿਦ ਨਾਮੇ ਲਿਖ ਲਏ, ਇਕਰਾਰਨਾਮੇ ਜਿਹੜੇ ਲਿਖੇ ਹਨ। ਪੁਨਾ ਛਾਵਨੀ ਤਹਾਂ ਪਵਾਈ, ਤੇ ਫਿਰ ਭਾਈ ਇੱਥੇ ਛਾਉਣੀ ਪਵਾਤੀ ਅੰਗਰੇਜ਼ਾਂ ਦੀ। ਅੰਗਰੇਜ਼ਨ ਕੇ ਵੱਜੀ ਵਧਾਈ, ਅੰਗਰੇਜ਼ਾਂ ਵਿੱਚ ਤੇ ਖੁਸ਼ੀਆਂ ਹੋ ਗਈਆਂ ਵੀ ਆਪਾਂ ਤਾਂ ਆ ਗਏ ਪੰਜਾਬ ਦੀ ਧਰਤੀ ਤੇ। ਫੌਜ ਅੰਗਰੇਜ਼ੀ ਕੈਂਪੂ ਏਕ, ਇਉਂ ਫੌਜ ਦਾ ਇੱਕ ਇੱਥੇ ਕੈਂਪ ਅੰਗਰੇਜ਼ੀ ਫੌਜ ਦਾ
ਰਹਿਣ ਲੱਗਿਓ ਤੇ ਠਾਂ ਧਰ ਟੇਕ। ਮਾਲਵੇ ਦੇ ਇਹਨਾਂ ਰਿਆਸਤੀ ਰਾਜਿਆਂ ਦੀ ਓਟ ਲੈ ਕੇ ਆਸਰੇ ਨਾਲ ਲੁਧਿਆਣੇ ਇੱਥੇ ਰਹਿਣ ਲੱਗਿਆ। ਇਹ ਸੰਮਤ 1864 ਦੇ ਵਿੱਚ ਅੰਗਰੇਜ਼ ਇੱਥੇ ਆਏ ਨੇ। ਬਾਕੀ ਆਪਾਂ ਹੁਣ ਕੱਲ ਨੂੰ ਅੱਗੇ ਕਥਾ ਬਾਕੀ ਸਰਵਣ ਕਰਾਂਗੇ। ਬਸ ਸਮਝੋ ਇਹ ਮਾੜੀ ਕਿਸਮਤ ਹੋਈ ਕਿ ਜਿਹੜਾ ਰਾਜ ਹੈ ਫਿਰ ਸਿੱਖਾਂ ਕੋਲੋਂ ਹੌਲੀ ਹੌਲੀ ਇਹ ਗਿਆ ਹੈ। ਆਓ ਹੁਣ ਟਾਈਮ ਹੋ ਗਿਆ ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।